ਗੁਰਦੁਆਰਾ ਗੁਰਸਾਗਰ ਸਾਹਿਬ ਵਿਖੇ ਗੁਰੂ ਚਰਨਾਂ ਦੇ ਵਿੱਚ ਸ਼ਾਮ ਦੇ ਦੀਵਾਨ ਦੇ ਅੰਦਰ ਹਰ ਰੋਜ਼ ਦੀ ਤਰ੍ਹਾਂ ਆਪਾਂ ਇਕੱਤਰ ਹੋਏ ਹਾਂ। ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨ ਦੇ ਲਈ, ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਉਪਦੇਸ਼, ਗੁਰੂ ਸਾਹਿਬ ਦੀ ਸਿੱਖਿਆ ਨੂੰ ਮਨ ਦੇ ਵਿੱਚ, ਸੁਰਤ ਦੇ ਵਿੱਚ ਵਸਾਉਣ ਦੇ ਲਈ ਸਤਿਗੁਰੂ ਦੇ ਚਰਨ ਪਰਸੇ ਹਨ। ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਇਹ ਸਮਾਂ ਕਲਯੁਗ ਦੇ ਇਸ ਭਿਆਨਕ ਸਮੇਂ ਦੇ ਵਿੱਚ ਵੀ ਪ੍ਰਾਪਤ ਹੋ ਜਾਂਦਾ ਹੈ। ਸੋ ਸਾਧ ਸੰਗਤ ਪ੍ਰਕਰਨ ਜੋ ਆਪਣਾ ਚੱਲ ਰਿਹਾ ਹੈ ਸ਼ਾਮ ਦੇ ਦੀਵਾਨ ਦਾ, ਭਗਤ ਬਾਣੀ ਦੀ ਵਿਚਾਰ ਆਪਾਂ ਇਸ ਪ੍ਰਕਰਨ ਵਿੱਚ ਸਾਂਝੀ ਕਰਦੇ ਆ ਰਹੇ ਹਾਂ। ਸ਼ਬਦ ਆਪਾਂ ਕੱਲ੍ਹ ਦੇ ਸਮੇਂ ਵਿੱਚ ਬਾਬਾ ਕਬੀਰ ਜੀ ਮਹਾਰਾਜ ਦਾ ਸਾਂਝਾ ਕੀਤਾ ਸੀ, ਜੋ ਕਿ ਰਾਗ ਗੋਂਡ ਦੇ ਵਿੱਚ ਦਰਜ ਸੀ ਤੇ ਕਬੀਰ ਬਾਣੀ ਦਾ ਉਹ ਅੰਤਲਾ ਸ਼ਬਦ ਸੀ। ਇਸ ਤੋਂ ਅਗਲੇ ਸ਼ਬਦ ਜੋ ਹਨ ਭਗਤ ਨਾਮਦੇਵ ਜੀ ਦੇ ਸ਼ਬਦ ਹਨ। ਗੋਂਡ ਰਾਗ ਦੇ ਅੰਦਰ ਨਾਮਦੇਵ ਜੀ ਦੇ ਕੁੱਲ 7 ਸ਼ਬਦ ਦਰਜ ਹਨ ਤੇ ਇਹ ਸ਼ਬਦ 7 ਦੇ ਵਿੱਚੋਂ ਪਹਿਲਾ ਸ਼ਬਦ ਹੈ ਜਿਸ ਦੀ ਆਪਾਂ ਅੱਜ ਵਿਚਾਰ ਕਰਨੀ। ਸ਼ਬਦ ਦਾ ਮੂਲ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਅਸੁਮੇਧ ਜਗਨੇ ਤੁਲਾ ਪੁਰਖ ਦਾਨੇ, ਪ੍ਰਾਗ ਇਸ਼ਨਾਨੇ, ਤਉ ਨ ਪੁਜੈ ਹਰ ਕੀਰਤ ਨਾਮਾ, ਆਪਣੇ ਰਾਮੈ ਭਜ ਰੇ ਮਨ ਆਲਸੀਆ ਰਹਾਓ। ਇਹ ਪਾਵਨ ਸ਼ਬਦ 4 ਪਦਿਆਂ ਦਾ ਹੈ। ਤੁਕਾਂ ਇਸ ਸ਼ਬਦ ਦੀਆਂ ਬਿਲਕੁਲ ਸੰਖੇਪ ਤੇ ਛੋਟੀਆਂ ਹਨ, 2-2 ਸ਼ਬਦਾਂ, 3-3, 4-4 ਸ਼ਬਦਾਂ ਦੀਆਂ। ਪਰ ਪਾਵਨ ਸ਼ਬਦ ਦੇ ਅੰਦਰ ਭਾਵ ਅਰਥ ਰੂਪ ਦੇ ਵਿੱਚ ਭਗਤ ਨਾਮਦੇਵ ਜੀ ਮਹਾਰਾਜ ਨੇ ਬਹੁਤ ਹੀ ਮਹਾਨ ਸਿੱਖਿਆ ਸਾਂਝੀ ਕੀਤੀ ਹੈ, ਉਪਦੇਸ਼ ਰੂਪ ਦੇ ਵਿੱਚ ਬਖਸ਼ਿਸ਼ ਕੀਤੀ ਹੈ। ਜਿਵੇਂ ਕਿ ਕੱਲ੍ਹ ਦੇ ਸ਼ਬਦ ਵਿੱਚ ਸਾਧ ਸੰਗਤ ਆਪਾਂ ਇਹ ਸਮਝਿਆ ਸੀ ਵੀ ਮਨੁੱਖਾ ਜੀਵਨ ਦੀ ਪ੍ਰਾਪਤੀ ਦਾ ਸਿਰਮੌਰ ਟੀਚਾ ਜੋ ਹੈ ਉਹ ਪ੍ਰਭੂ ਦੀ ਪ੍ਰਾਪਤੀ, ਰੱਬ ਜੀ ਵਿੱਚ ਅਭੇਦ ਹੋਣਾ ਹੈ। ਤੇ ਉਸ ਦੇ ਲਈ ਕਿਸੇ ਨੇ ਅੰਨ ਦਾ ਤਿਆਗ ਕਿਸ ਰੂਪ ਦੇ ਵਿੱਚ ਦੱਸਿਆ ਤੇ ਕਿਸੇ ਕਿਸ ਰੂਪ ਦੇ ਵਿੱਚ ਦੱਸਿਆ। ਪਰ ਗੁਰਮਤਿ ਕਹਿੰਦੀ ਹੈ ਭੂਖੇ ਭਗਤ ਨਾ ਕੀਜੈ, ਜਾਂ ਮਾਲਾ ਆਪਣੀ ਲੀਜੈ। ਗੁਰਮਤਿ ਆਖਦੀ ਹੈ ਕਿ ਪਰਮੇਸ਼ਰ ਦੇ ਹੁਕਮ ਦੇ ਵਿੱਚ ਸਰੀਰ ਦੀ ਪਰਵਰਿਸ਼ ਦੇ ਲਈ ਇਸ ਬ੍ਰਹਿਮੰਡ ਦੇ ਵਿੱਚ ਅਨਾਜ ਪੈਦਾ ਹੋਇਆ ਹੈ ਤੇ ਭਾਈ ਉਹ ਅਨਾਜ ਜੋ ਸਰੀਰ ਦੀ ਖੁਰਾਕ ਹੈ, ਲੋੜ ਦੇ ਮੁਤਾਬਕ ਸਰੀਰ ਦੇ ਲਈ ਉਸ ਦੀ ਵਰਤੋਂ ਕਰਨੀ ਹੈ। ਉਸ ਦਾ ਤਿਆਗ ਕਰਨਾ ਇਹ ਧਰਮੀ ਹੋਣ ਦੀ ਨਿਸ਼ਾਨੀ ਨਹੀਂ। ਹਾਂ, ਸਰੀਰ ਨੂੰ ਜਿਹੜਾ ਅਨਾਜ ਕੋਈ ਸਾਨੂੰ ਠੀਕ ਬੈਠਦਾ ਉਹ ਅਸੀਂ ਵਰਤ ਸਕਦੇ ਹਾਂ, ਕਿਉਂਕਿ ਅੱਜ ਕੱਲ੍ਹ ਦੇ ਸਮੇਂ 'ਚ ਕਈ ਸਰੀਰਾਂ ਨੂੰ ਕੁਝ ਉਚੇਚੇ ਕਿਸਮ ਦੇ ਅਨਾਜ ਤੋਂ ਐਲਰਜੀ ਆਦਿਕ ਵੀ ਹੈਗੀ ਆ। ਸੋ ਉਹ ਆਪਣੇ ਸਰੀਰ ਦਾ ਹਿਸਾਬ ਕਿਤਾਬ ਹਰ ਇੱਕ ਨੂੰ ਵੇਖਣਾ ਪੈਣਾ ਹੈ। ਪਰ ਪ੍ਰਭੂ ਪ੍ਰਾਪਤੀ ਦੇ ਮਾਰਗ ਦੇ ਵਿੱਚ ਅਨਾਜ ਦਾ ਤਿਆਗ ਕਰਨਾ ਜਾਂ ਭੁੱਖੇ ਰਹਿਣਾ ਜਾਂ ਭੁੱਖੇ ਰਹਿ ਕੇ ਭਗਤੀ ਕਰਨੀ, ਇਸ ਨੂੰ ਗੁਰਮਤਿ ਵਿੱਚ ਪ੍ਰਵਾਨ ਨਹੀਂ ਕੀਤਾ ਗਿਆ। ਗੁਰਮਤਿ ਦਾ ਮਨੋਰਥ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਇਹ ਹੈ। ਤੇ ਇਸੇ ਭਾਵ ਅਰਥ ਨੂੰ ਅੱਜ ਦੇ ਇਸ ਸ਼ਬਦ ਵਿੱਚ ਭਗਤ ਨਾਮਦੇਵ ਜੀ ਮਹਾਰਾਜ ਨੇ ਅੱਗੇ ਤੋਰਿਆ ਹੈ। ਵੇਖੋ, ਜਦੋਂ ਸਤਿਗੁਰੂ ਨੇ ਪਾਵਨ ਬਾਣੀ ਨੂੰ ਦਰਜ ਕੀਤਾ ਨਾ, ਸੰਪਾਦਿਤ ਕੀਤਾ, ਕਿਉਂਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੱਕ ਜਿਹੜੀ ਪੋਥੀ ਸੀ, ਉਸ ਪੋਥੀ ਦੇ ਅੰਦਰ ਜੋ ਸ਼ਬਦ ਦਰਜ ਸਨ ਉਹ ਰਾਗਾਂ ਦੀ ਤਰਤੀਬ ਦੇ ਵਿੱਚ ਨਹੀਂ ਸਨ। ਉਹ ਜਿਵੇਂ ਜਿਵੇਂ ਜਿੱਥੇ ਜਿੱਥੇ ਗੁਰੂ ਪਾਤਸ਼ਾਹ ਵੱਲੋਂ ਉਚਾਰੇ ਜਾਂਦੇ ਰਹੇ ਤਿਵੇਂ ਤਿਵੇਂ ਉਸ ਰੂਪ ਦੇ ਵਿੱਚ ਉਹ ਦਰਜ ਹੁੰਦੇ ਆਏ। ਪਰ ਜਦੋਂ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਜ਼ਰੂਰੀ ਜਾਣਿਆ ਬਈ ਇਸ ਪੋਥੀ ਸਾਹਿਬ ਨੂੰ ਸੰਪਾਦਿਤ ਕਰਕੇ ਇੱਕ ਨਵਾਂ ਰੂਪ ਦਿੱਤਾ ਜਾਏ, ਉਸ ਵੇਲੇ ਭਾਈ ਗੁਰਦਾਸ ਸਾਹਿਬ ਗੁਣਾਂ ਦੀ ਸੇਵਾ ਲਾਈ ਗਈ ਵੀ ਤੁਸੀਂ ਇਸ ਮਹਾਨ ਕਾਰਜ ਨੂੰ ਕਰੋਗੇ। ਗੁਰੂ ਦੇ ਹੁਕਮ 'ਚ
ਗੁਰੂ ਦੀ ਆਗਿਆ ਵਿੱਚ ਭਾਈ ਸਾਹਿਬ ਕੋਣਾ ਨੇ ਪੋਥੀ ਸਾਹਿਬ ਨੂੰ ਨਵੇਂ ਸਿਰਿਓਂ ਲਿਖਣਾ ਸ਼ੁਰੂ ਕਰ ਦਿੱਤਾ ਨਵੇਂ ਕਾਗਜ਼ ਦੇ ਉੱਪਰ। ਤੇ ਸ਼ਬਦ ਜਿਵੇਂ ਜਿਵੇਂ ਲਿਖੇ ਗਏ, ਇੱਕ ਇੱਕ ਸ਼ਬਦ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਆਗਿਆ ਅਨੁਸਾਰ ਲਿਖਿਆ ਗਿਆ। ਜਿਵੇਂ ਜਿਵੇਂ ਪਾਤਸ਼ਾਹ ਦਾ ਹੁਕਮ ਹੋਇਆ, ਭਾਈ ਪਹਿਲੇ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦਰਜ ਕਰਨੀ ਹੈ ਸ੍ਰੀ ਰਾਗ ਵਿੱਚ, ਤੇ ਜੋ ਪਹਿਲਾ ਸ਼ਬਦ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦਾ ਹੋਏਗਾ ਉਹ ਇਹ ਹੋਏਗਾ, ਅਗਲਾ ਸ਼ਬਦ ਇਹ ਹੋਏਗਾ। ਇਹ ਜਿਹੜੀ ਸ਼ਬਦਾਂ ਦੀ ਤਰਤੀਬ ਹੈ ਨਾ ਸਾਧ ਸੰਗਤ, ਇਹ ਐ ਨਹੀਂ ਵੀ ਜਿੱਥੋਂ ਜੇ ਚਿੱਤ ਕੀਤਾ ਭਾਈ ਸਾਹਿਬ ਹੋਣਾ ਨੇ ਉੱਥੋਂ ਜੇ ਉਤਾਰਾ ਕਰਕੇ ਲਿਖ ਦਿੱਤਾ। ਗੁਰੂ ਪਾਤਸ਼ਾਹ ਦੀ ਆਗਿਆ ਨਾਲ ਹੋਇਆ ਕਾਰਜ, ਇੱਕ ਇੱਕ ਸ਼ਬਦ ਜੋ ਅੱਗੇ ਪਿੱਛੇ ਲਾਏ ਗਏ ਨੇ, ਲਿਖੇ ਗਏ ਨੇ, ਉਹ ਸਤਿਗੁਰੂ ਦੇ ਹੁਕਮ ਦੇ ਨਾਲ ਲਿਖੇ ਗਏ ਨੇ, ਗੁਰੂ ਪਾਤਸ਼ਾਹ ਦੀ ਆਗਿਆ ਦੇ ਵਿੱਚ ਉਸ ਰੂਪ ਵਿੱਚ ਦਰਜ ਕੀਤੇ ਗਏ ਨੇ। ਇਸੇ ਲਈ ਇੱਕ ਇੱਕ ਸ਼ਬਦ ਦਾ ਭਾਵ ਉਸ ਤੋਂ ਪਹਿਲੇ ਸ਼ਬਦ ਨਾਲ ਵੀ ਜੁੜਦਾ ਹੈ ਤੇ ਉਸ ਤੋਂ ਅੱਗੇ ਆਉਣ ਵਾਲੇ ਸ਼ਬਦ ਨਾਲ ਵੀ ਜੁੜਦਾ ਹੈ। ਉਹਨਾਂ ਦੀ ਵਿਆਖਿਆ ਵੀ ਸਾਂਝੇ ਰੂਪ ਦੇ ਵਿੱਚ ਜੁੜੀ ਹੋਈ ਹੁੰਦੀ ਹੈ। ਕਈ ਵਾਰੀ ਜੋ ਇੱਕ ਸਬਜੈਕਟ ਜਿਹਦੇ ਉੱਪਰ ਇੱਕ ਸ਼ਬਦ ਵਿੱਚ ਗੱਲ ਕੀਤੀ ਜਾ ਰਹੀ ਹੈ, ਉਸੇ ਨੂੰ ਅਗਲੇ ਸ਼ਬਦ ਵਿੱਚ ਹੋਰ ਵਧੇਰੇ ਖੋਲ ਕੇ ਗੁਰੂ ਪਾਤਸ਼ਾਹ ਜੀ ਨੇ ਪੇਸ਼ ਕੀਤਾ ਹੈ, ਕਿਸੇ ਹੋਰ ਰੂਪ ਦੇ ਵਿੱਚ ਉਸ ਦੀ ਵਿਆਖਿਆ ਕੀਤੀ ਹੈ। ਸੋ ਜਦੋਂ ਬਾਣੀ ਦਾ ਆਪਾਂ ਪਾਠ ਕਰਦੇ ਹਾਂ, ਉਸ ਵੇਲੇ ਸ਼ਬਦਾਂ ਦੀ ਬਣਤਰ ਦੇ ਵੱਲ ਤੇ ਸ਼ਬਦਾਂ ਦੇ ਭਾਵ ਅਰਥ ਦੇ ਵੱਲ ਖਾਸ ਧਿਆਨ ਦੇਣਾ ਹੁੰਦਾ ਹੈ। ਬਈ ਇਹ ਸ਼ਬਦ ਇੱਕ ਦੂਜੇ ਨਾਲ ਕਿਵੇਂ ਕੜੀ ਦੇ ਵਾਂਗ ਜੁੜੇ ਹੋਏ ਹਨ। ਜਿਵੇਂ ਆਪਾਂ ਚੇਨ ਵੇਖਦੇ ਹਾਂ ਨਾ, ਇੱਕ ਸੰਗਲ ਵੇਖਦੇ ਹਾਂ, ਉਹਦੀ ਇੱਕ ਇੱਕ ਕੜੀ ਦੂਜੀ ਕੜੀ ਨਾਲ ਜੁੜੀ ਹੁੰਦੀ ਹੈ। ਇੱਕ ਕੜੀ ਜਿਹੜੀ ਸਭ ਤੋਂ ਲਾਸਟ ਵਾਲੀ ਆ ਨਾ, ਉਹ ਵੀ ਚਲਦੀ 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 ਪਹਿਲੀ ਨਾਲ ਜੁੜੀ ਹੁੰਦੀ ਆ, ਤੇ ਜੋ ਪਹਿਲੀ ਕੜੀ ਹੈ ਉਹ ਵੀ ਜਾਂਦੀ 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 ਅਖੀਰਲੀ ਕੜੀ ਨਾਲ ਜੁੜੀ ਹੁੰਦੀ ਹੈ। ਉਹਨਾਂ ਦਾ ਜੋੜ ਮੇਲ ਹੀ ਉਹਨਾਂ ਨੂੰ ਇੱਕ ਥਾਂ ਦੇ ਉੱਪਰ ਇੱਕ ਰੂਪ ਦੇ ਵਿੱਚ ਰੱਖਦਾ ਹੈ। ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਸ਼ਬਦ ਵੀ ਇੱਕ ਦੂਸਰੇ ਦੇ ਨਾਲ ਜੁੜੇ ਹੋਏ ਹਨ, ਤੇ ਸ਼ਬਦਾਂ ਦਾ ਭਾਵ ਵੀ ਅੱਗੇ ਦੀ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਦੇ ਵਿੱਚ ਹੋਰ ਵਧੇਰੇ ਸੋਝੀ ਗੁਰਸਿੱਖ ਨੂੰ ਦਿੰਦਾ ਜਾਂਦਾ ਹੈ। ਇਸ ਲਈ ਜਦੋਂ ਵੀ ਕਿਸੇ ਗੁਰਮੁਖ ਪਿਆਰੇ ਨੇ ਬਾਣੀ ਦਾ ਸਹਿਜ ਪਾਠ ਕਰਨਾ ਹੋਵੇ ਨਾ, ਚਿੱਤ ਮੰਨੇ ਕਿ ਸਹਿਜ ਪਾਠ ਕਰੀਏ, ਤੇ ਉਸ ਵੇਲੇ ਧਿਆਨ ਦਿਓ 2-4 ਦਿਨ ਵੱਧ ਲੱਗ ਜਾਣਗੇ, 20 ਦਿਨ ਵੱਧ ਲੱਗ ਜਾਣਗੇ, ਮਹੀਨਾ 2 ਮਹੀਨੇ ਵੱਧ ਲੱਗ ਜਾਣਗੇ, ਕੋਈ ਗੱਲ ਨਹੀਂ। ਪਰ ਸ਼ਬਦ ਦੇ ਭਾਵ ਨੂੰ ਇੱਕ ਦੂਜੇ ਸ਼ਬਦ ਨਾਲ ਮੇਲ ਕੇ ਜਦੋਂ ਅਸੀਂ ਸਮਝਾਂਗੇ ਨਾ, ਤੇ ਸੁਰਤ ਦੇ ਵਿੱਚ ਗੁਰੂ ਗਿਆਨ ਦਾ ਦੀਵਾ ਬਲੇਗਾ, ਗੁਰੂ ਸ਼ਬਦ ਦਾ ਦੀਵਾ ਬਲੇਗਾ, ਜਿਹਨੂੰ ਪਾਤਸ਼ਾਹ ਕਹਿੰਦੇ ਨੇ ਸਤਿਗੁਰ ਸ਼ਬਦ ਉਜਾਰੋ ਦੀਪਾ। ਉਹ ਦੀਪਕ, ਉਹ ਦੀਵਾ ਇੱਥੇ ਸੁਰਤ, ਇੱਥੇ ਮਨ ਵਿੱਚ ਬਲ ਜਾਏਗਾ, ਹੈ ਨਾ। ਜਿਹੜੀ ਬੇਨਤੀ ਆਪਾਂ ਕੱਲ ਸਾਂਝੀ ਕੀਤੀ ਸੀ ਨਾ, ਗੁਰੂ ਤੇ ਭਰੋਸਾ ਕਰਨਾ, ਗੁਰੂ ਤੇ ਭਰੋਸੇ ਤੋਂ ਭਾਵ ਗੁਰੂ ਦੇ ਬਚਨ ਤੇ ਭਰੋਸਾ ਕਰਨਾ ਹੈ, ਗੁਰੂ ਦੀ ਆਖੀ ਗੱਲ ਤੇ ਭਰੋਸਾ ਕਰਨਾ ਹੈ। ਗੁਰੂ ਆਖਦਾ ਹੈ ਭਾਈ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਗੁਰੂ ਸਾਹਿਬ ਕਹਿੰਦੇ ਭਾਈ ਉਹ ਧਨਵੰਤ ਵੀ ਹੈ, ਉਹ ਕੁਲਵੰਤ ਵੀ ਹੈ, ਉਹ ਪਤਵੰਤ ਵੀ ਹੈ, ਉਹ ਜੀਵਨ ਮੁਕਤ ਵੀ ਹੈ। ਪਾਤਸ਼ਾਹ ਜੀ ਕੌਣ? ਜਿਸ ਹਿਰਦੈ ਭਗਵੰਤ, ਜਿਸ ਦੇ ਹਿਰਦੇ ਦੇ ਵਿੱਚ ਪਰਮਾਤਮਾ ਜੀ ਵਸ ਗਏ ਹਨ। ਹੁਣ ਇਹ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਬਚਨ ਕਰ ਦਿੱਤਾ ਨਾ, ਤੇ ਸਿੱਖ ਹੁਣ ਗੁਰੂ ਤੇ ਭਰੋਸਾ ਕਿਵੇਂ ਕਰੇ? ਸਤਿਗੁਰੂ ਦੇ ਇਸ ਬਚਨ ਨੂੰ ਮੰਨ ਕੇ। ਭਾਈ ਜੀਵਨ ਮੁਕਤ ਉਹ ਹੁੰਦਾ ਹੈ ਜਿਸ ਦੇ ਮਨ ਹਿਰਦੇ ਦੇ ਅੰਦਰ ਪਰਮੇਸ਼ਰ ਜੀ ਦਾ ਵਾਸਾ ਹੋ ਜਾਂਦਾ। ਇਹ ਗੱਲ ਕਿਹਨੇ ਆਖੀ? ਇਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਆਖੀ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਉੱਪਰ ਭਰੋਸਾ ਕਰਨ ਤੋਂ ਭਾਵ ਇਸ ਬਚਨ ਉੱਪਰ ਭਰੋਸਾ ਕਰਨ ਤੋਂ ਭਾਵ ਹੈ ਇਸ ਨੂੰ ਮੰਨਣ ਤੋਂ ਹੈ, ਇਸ ਨੂੰ ਹਿਰਦੇ ਵਿੱਚ ਵਸਾਉਣ ਤੋਂ ਹੈ। ਸੋ ਸਾਧ ਸੰਗਤ ਇਸ ਰੂਪ ਦੇ ਵਿੱਚ ਆਪਾਂ ਸਤਿਗੁਰ ਤੇ ਸ਼ਰਧਾ ਲੈ ਕੇ ਆਈਏ, ਗੁਰੂ ਸਾਹਿਬ ਤੇ ਭਰੋਸਾ ਤੇ ਭਾਵਨੀ ਲੈ ਕੇ ਆਈਏ, ਤਾਂ ਜੋ ਆਪਣੀ ਸੁਰਤ ਵਿੱਚ ਗੁਰੂ ਗਿਆਨ ਦਾ ਦੀਪਕ ਬਲ ਨਾ ਕਰੇ। ਸੋ ਇਹ ਸ਼ਬਦ ਜੋ ਅੱਜ ਦਾ ਪਾਵਨ ਸ਼ਬਦ ਹੈ, ਇਸ ਪਵਿੱਤਰ ਸ਼ਬਦ ਦੇ ਅੰਦਰ ਸਾਧ ਸੰਗਤ ਭਗਤ ਨਾਮਦੇਵ ਜੀ ਮਹਾਰਾਜ ਨੇ ਭਗਤ ਕਬੀਰ ਜੀ ਦੇ ਬਚਨ ਨੂੰ ਹੋਰ ਵਧੇਰੇ ਵਖਿਆਨ ਕਰਦੇ ਹੋਏ ਕਿਰਪਾ ਕਰਕੇ ਸਮਝਾਉਣਾ ਕੀਤਾ
ਕਹਿੰਦੇ ਭਾਈ ਮਨੁੱਖਾ ਜੀਵਨ ਦੇ ਵਿੱਚ ਸਭ ਤੋਂ ਸਿਖਰਲੀ ਪ੍ਰਾਪਤੀ ਪ੍ਰਭੂ ਪ੍ਰਾਪਤੀ ਹੈ, ਇਹ 'ਚ ਕੋਈ ਸ਼ੱਕ ਨਹੀਂ। ਤੇ ਉਸ ਪ੍ਰਾਪਤੀ ਦਾ ਤਰੀਕਾ ਜੋ ਸਵੀਕਾਰ ਕੀਤਾ ਗਿਆ, ਮਾਰਗ ਜੋ ਸਵੀਕਾਰ ਕੀਤਾ ਗਿਆ, ਉਸ ਮਾਰਗ ਨੂੰ ਨਾਮ ਦਾ ਮਾਰਗ ਆਖਿਆ ਗਿਆ ਗੁਰਬਾਣੀ ਵਿੱਚ। ਤੇ ਨਾਮ ਦੇ ਮਾਰਗ ਦੇ ਮੁਕਾਬਲੇ ਦੇ ਉੱਪਰ ਬਾਕੀ ਜਿੰਨੇ ਵੀ ਮਾਰਗ ਹਨ, ਭਾਵੇਂ ਉਹ ਦੇਸ਼ ਰਟਣ ਦਾ ਮਾਰਗ ਹੈ, ਭਾਵੇਂ ਉਹ ਪੁੰਨ ਦਾਨ ਦਾ ਮਾਰਗ ਹੈ, ਭਾਵੇਂ ਉਹ ਤੀਰਥ ਯਾਤਰਾ ਜਾਂ ਇਸ਼ਨਾਨ ਦਾ ਮਾਰਗ ਹੈ, ਭਾਵੇਂ ਉਹ ਯੱਗ ਬਲੀਆਂ ਦਾ ਮਾਰਗ ਹੈ, ਭਾਵੇਂ ਉਹ ਕਿਹੜਾ ਵੀ ਮਾਰਗ ਹੈ, ਨਾਮ ਮਾਰਗ ਦੇ ਮੁਕਾਬਲੇ ਤੇ ਇਹਨਾਂ ਸਾਰੇ ਮਾਰਗਾਂ ਨੂੰ ਨਿਗੁਣੇ ਗਿਣਿਆ ਗਿਆ ਹੈ, ਛੋਟੇ ਦੱਸਿਆ ਗਿਆ ਹੈ। ਅੱਜ ਦੇ ਪਾਵਨ ਸ਼ਬਦ ਦੇ ਅੰਦਰ ਪ੍ਰਚਲਿਤ ਕਈ ਪ੍ਰਕਾਰ ਦੇ ਮਾਰਗਾਂ ਦੀ ਗੱਲ ਕਰਦੇ ਹੋਏ ਭਗਤ ਨਾਮਦੇਵ ਜੀ ਦੱਸਦੇ ਹਨ, ਭਾਈ ਸਭ ਤੋਂ ਸ਼੍ਰੋਮਣੀ ਹੈ ਪਰਮੇਸ਼ਰ ਜੀ ਦਾ ਨਾਮ, ਸਭ ਤੋਂ ਉੱਤਮ ਹੈ ਵਾਹਿਗੁਰੂ ਜੀ ਦਾ ਪਿਆਰ ਸੁਰਤ ਵਿੱਚ ਵਸ ਜਾਣਾ। ਪਾਠ ਕਰਦੇ ਹਨ ਆਪਾਂ ਸੁਖਮਨੀ ਸਾਹਿਬ, ਪੰਜਵੇਂ ਪਾਤਸ਼ਾਹ ਕਿਰਪਾ ਕਰਦੇ ਹਨ, ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ, ਪੁੱਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ। ਮਹਾਰਾਜ ਕਹਿੰਦੇ ਪਰਮੇਸ਼ਰ ਦਾ ਨਾਮ ਇੰਨਾ ਅਮੋਲਕ ਹੈ ਭਾਈ, ਬਹੁ ਸਿਮਰਤੀਆਂ ਤੇ ਬਹੁ ਸ਼ਾਸਤਰ, ਇਹਨਾਂ 'ਚ ਦੱਸੇ ਹੋਏ ਕਿਰਿਆ ਕਰਮ ਵੀ ਪਰਮੇਸ਼ਰ ਦੇ ਨਾਮ ਦਾ ਮੁਕਾਬਲਾ ਨਹੀਂ ਕਰ ਸਕਦੇ। ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਿਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮਦੇ ਫਿਰਿਆ, ਅਨੇਕ ਪ੍ਰਕਾਰ ਕੀਏ ਬਹੁ ਯਤਨਾ, ਪੁੰਨ ਦਾਨ ਘੂਮੇ ਬਹੁ ਰਤਨਾ, ਸ਼ਰੀਰ ਕਟਾਏ ਘੂਮੈ ਕਰ ਰਾਤੀ, ਵਰਤ ਨੇਮ ਕਰੈ ਬਹੁ ਭਾਂਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਇੱਥੇ ਸਤਿਗੁਰੂ ਜੀ ਨੇ ਆਪਣਾ ਨੁਕਤਾ ਜਮਾਂ ਹੀ ਸਪਸ਼ਟ ਕਰ ਦਿੱਤਾ, ਕਲੀਅਰ ਕਰ ਦਿੱਤਾ। ਗੁਰੂ ਸਾਹਿਬ ਕਹਿੰਦੇ ਭਾਈ ਕਰੋ ਗੁਰੂ ਤੇ ਭਰੋਸਾ, ਲੈ ਕੇ ਆਓ ਸਤਿਗੁਰ ਦੇ ਉੱਪਰ ਸਿਦਕ, ਤੇ ਸਤਿਗੁਰੂ ਕਿਰਪਾ ਕਰਕੇ ਸਮਝਾਉਂਦਾ ਹੈ ਪ੍ਰਭੂ ਪ੍ਰਾਪਤੀ ਦਾ ਮਾਰਗ ਨਾਮ ਮਾਰਗ ਇੰਨਾ ਸ਼੍ਰੋਮਣੀ ਹੈ ਭਾਈ, ਇਹਦੇ ਮੁਕਾਬਲੇ ਦੇ ਉੱਪਰ ਜਾਪ ਤਾਪ ਗਿਆਨ ਸਭ ਧਿਆਨ, ਜਿੰਨੇ ਵੀ ਜਾਪ ਮੰਤਰਾਂ ਦੇ ਜਾਪ ਹਨ, ਕੋਈ ਵੀ ਮੰਤਰ ਲੈ ਲਓ ਉਸ ਦਾ ਜਾਪ ਕਰ ਲਓ, ਹੈ ਨਾ, ਕੋਈ ਵੀ ਤਪ ਕਿਸੇ ਪ੍ਰਕਾਰ ਦਾ ਕਰ ਲੈ। ਕਈ ਲੋਕੀ ਅੱਜ ਕੱਲ੍ਹ ਦੀ ਗਰਮੀ ਦੇ ਵਿੱਚ ਧੂਣਾ ਤਾਪ ਕੇ ਤਪ ਕਰਦੇ ਹਨ, ਸਰੀਰ ਨੂੰ ਕਸ਼ਟ ਦਿੰਦੇ ਹਨ, ਤੇ ਕਈ ਲੋਕੀ ਸਰਦੀ ਤੇ ਠੰਡ ਵਿੱਚ ਜਲ ਧਾਰਾ ਕਰਕੇ ਤਪ ਕਰਦੇ ਹਨ, ਸਰੀਰ ਨੂੰ ਕਸ਼ਟ ਦਿੰਦੇ ਹਨ। ਕਈ ਲੋਕੀ ਪੈਦਲ ਚੱਲ ਕੇ ਤਪ ਕਰਦੇ ਹਨ, ਸਰੀਰ ਨੂੰ ਕਸ਼ਟ ਦਿੰਦੇ ਹਨ, ਇੱਕ ਥਾਂ ਤੋਂ ਦੂਜੀ ਥਾਂ ਤੇ ਭ੍ਰਮਣ, ਉੱਥੋਂ ਫਿਰ ਤੀਜੀ ਥਾਂ, ਉੱਥੋਂ ਫਿਰ ਚੌਥੀ ਥਾਂ। ਭਾਈ ਅਸੀਂ ਇੰਨੀਆਂ ਥਾਵਾਂ ਦੀ ਪੈਦਲ ਯਾਤਰਾ ਕੀਤੀ, ਇਹਨੂੰ ਵੀ ਤਪ ਮੰਨਿਆ ਗਿਆ। ਕਈ ਭੁੱਖੇ ਰਹਿ ਕੇ ਭਗਤੀ ਕਰਦੇ ਨੇ, ਕੱਲ ਆਪਾਂ ਗੱਲ ਕੀਤੀ ਸੀ, ਉਹ ਵੀ ਇੱਕ ਪ੍ਰਕਾਰ ਦਾ ਤਪ ਮੰਨਿਆ ਗਿਆ। ਕਿੰਨੇ ਪ੍ਰਕਾਰ ਦੇ ਤਪ ਹਨ, ਬੇਅੰਤ ਹਨ, ਪਰ ਸਤਿਗੁਰੂ ਜੀ ਕਹਿੰਦੇ ਜਾਪ ਤਾਪ ਜਿੰਨੇ ਵੀ ਭਾਈ ਜਪ ਹਨ, ਮੰਤਰਾਂ ਦੇ ਜਾਪ ਮੰਨੇ ਗਏ, ਜਿੰਨੇ ਵੀ ਭਾਈ ਤਪ ਹਨ, ਕਈ ਪ੍ਰਕਾਰ ਦੇ ਤਪ ਮੰਨੇ ਗਏ। ਗਿਆਨ ਜਿੰਨੇ ਪ੍ਰਕਾਰ ਦੇ ਗਿਆਨ ਹਨ, ਧਰਮ ਗ੍ਰੰਥ ਦਾ ਵੇਖੋ ਗਿਆਨ ਹੋਣਾ ਗੱਲ ਵੱਖਰੀ ਹੈ, ਪਰ ਅਨੁਭਵ ਹੋਣਾ ਗੱਲ ਵੱਖਰੀ ਹੈ। ਦੋ ਚੀਜ਼ਾਂ ਹਨ, ਇਹ ਚੇਤਾ ਰੱਖੋ। ਗੁਰਮਤਿ ਦਾ ਜਿਹੜਾ ਮਾਰਗ ਹੈ ਨਾ, ਉਹ ਕੱਲਾ ਗਿਆਨ ਮਾਰਗ ਨਹੀਂ ਆ ਸਾਧ ਸੰਗਤ, ਇਹ ਅਨੁਭਵ ਦਾ ਮਾਰਗ ਹੈ। ਗਿਆਨ ਹੋਣਾ ਗੱਲ ਵੱਖਰੀ ਹੈ, ਅਨੁਭਵ ਹੋਣਾ ਗੱਲ ਵੱਖਰੀ ਹੈ। ਹੁਣ ਮੈਨੂੰ ਤੈਰਨਾ ਨਹੀਂ ਆਉਂਦਾ ਜੀ, ਪਰ ਮੈਨੂੰ ਇੰਨਾ ਕੁ ਗਿਆਨ ਹੈ ਵੀ ਜਿਹੜੇ ਤੈਰਦੇ ਆ ਪਾਣੀ 'ਚ ਛਾਲ ਮਾਰਦੇ ਤੇ ਬਾਹਾਂ ਨੂੰ ਇੱਦਾਂ ਘੁਮਾਉਂਦੇ, ਲੱਤਾਂ ਨੂੰ ਇੱਦਾਂ ਮਾਰਦੇ, ਇਹ ਗਿਆਨ ਆ, ਸਮਝ ਆ, ਪਰ ਅਨੁਭਵ ਨਹੀਂ ਹੈਗਾ, ਕਿਉਂਕਿ ਖੁਦ ਕਦੇ ਪਾਣੀ 'ਚ ਵੜੇ ਨਹੀਂ, ਆਪਣਾ ਤਜਰਬਾ ਨਹੀਂ ਹੈਗਾ। ਪਤਾ ਜ਼ਰੂਰ ਹੈ ਵੀ ਇੱਦਾਂ ਬਾਹਾਂ ਮਾਰਦੇ ਆ, ਪਰ ਇੰਨਾ ਕੁ ਵੀ ਪਤਾ ਹੈ ਵੀ ਜੇ ਆਪ ਡਿੱਗ ਪਏ ਤੇ ਡੁੱਬਾਂਗੇ। ਕਿਉਂ? ਕਿਉਂਕਿ ਆਪਣਾ ਅਨੁਭਵ ਹੈ ਨਹੀਂ, ਆਪਣਾ ਕੋਈ ਤਜਰਬਾ ਨਹੀਂ, ਸਿਰਫ ਦੇਖਿਆ, ਸਿਰਫ ਪੜ੍ਹਿਆ ਚੀਜ਼ਾਂ ਨੂੰ, ਉਹਨਾਂ ਨੂੰ ਅਨੁਭਵ ਨਹੀਂ ਕੀਤਾ, ਉਹਨਾਂ ਦਾ ਪ੍ਰੈਕਟੀਕਲ ਨਹੀਂ ਕੀਤਾ। ਗੁਰਮਤਿ ਦਾ ਜਿਹੜਾ ਮਾਰਗ ਹੈ ਨਾ, ਇਹ ਅਨੁਭਵ ਦਾ ਮਾਰਗ ਹੈ, ਇਹ ਪ੍ਰੈਕਟੀਕਲ ਦਾ ਮਾਰਗ ਹੈ। ਤੇ ਭਾਈ ਗੁਰਦਾਸ ਜੀ ਨੇ ਬੜਾ ਸੋਹਣਾ ਬਚਨ ਇਸ ਥਾਂ ਦੇ ਉੱਪਰ ਕਰਨਾ ਕੀਤਾ। ਉਹ ਕਹਿੰਦੇ ਨੇ ਗਾਏ ਸੁਨੇ ਆਖੇ ਮੀਚੇ ਪਾਈਨ ਪਰਮ ਪਦ,
ਗੁਰ ਉਪਦੇਸ਼ ਗਹਿ ਜੋ ਲੋ ਨਾ ਵਸਾਈਐ। ਜਦੋਂ ਤੱਕ ਭਾਈ ਸਤਿਗੁਰੂ ਦਾ ਉਪਦੇਸ਼ ਅਨੁਭਵ ਹੋ ਕੇ ਜੀਵਨ ਦੇ ਵਿੱਚ ਵਸ ਨਹੀਂ ਨਾ ਜਾਂਦਾ, ਉਦੋਂ ਤੀਕਰ ਕੇਵਲ ਗਾਵਿਆ, ਕੇਵਲ ਸੁਣਿਆ, ਕੇਵਲ ਪੜ੍ਹਿਆ, ਗਿਆਨ ਦੀਆਂ ਗੱਲਾਂ ਕਰੀਆਂ ਤੇ ਸੁਣੀਆਂ, ਉਹ ਕੋਈ ਅਰਥ ਨਹੀਂ ਰੱਖਦੀਆਂ ਹੁੰਦੀਆਂ, ਕਿਉਂਕਿ ਅਨੁਭਵ ਬਣ ਕੇ ਉਹ ਜੀਵਨ ਦਾ ਹਿੱਸਾ ਨਹੀਂ ਬਣਿਆ। ਜਦੋਂ ਅਨੁਭਵ ਬਣ ਕੇ ਜੀਵਨ ਦਾ ਹਿੱਸਾ ਬਣਦਾ ਹੈ ਨਾ ਸਾਧ ਸੰਗਤ, ਅਸਲ ਵਿੱਚ ਪ੍ਰਾਪਤੀ ਉਸ ਵੇਲੇ ਹੁੰਦੀ ਹੈ। ਸੋ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਇੱਥੇ ਕੱਲੇ ਗਿਆਨ ਦੀ ਗੱਲ ਨਹੀਂ, ਕੱਲੇ ਜਪਾਂ ਦੀ ਗੱਲ ਨਹੀਂ, ਕੱਲੇ ਤਪਾਂ ਦੀ ਗੱਲ ਨਹੀਂ, ਜਾਪ ਤਾਪ ਗਿਆਨ ਸਭ ਧਿਆਨ। ਤੇ ਭਾਈ ਸਾਰੇ ਹੀ ਧਿਆਨ, ਕਈ ਨਾ ਇੱਦਾਂ ਧਿਆਨ ਜੋੜ ਕੇ ਬੈਠਦੇ ਆ ਨਾ ਵੀ ਅਸੀਂ ਧਿਆਨ ਟਿਕਾ ਲਿਆ ਜੀ, ਬਾਕੀ ਸਾਰੇ ਕੰਮਾਂ ਕਾਰਾਂ ਜ਼ਿੰਮੇਵਾਰੀਆਂ ਤੋਂ ਵਿਹਲੇ ਹੋ ਕੇ ਜਾ ਕੇ ਕਿਸੇ ਪਾਸੇ ਵੀ ਇੱਦਾਂ ਧਿਆਨ ਕੇਂਦਰਿਤ ਕਰਦੇ ਹਾਂ ਅਸੀਂ ਆਪਣੀ ਸੁਰਤ ਦਾ। ਪਾਤਸ਼ਾਹ ਕਹਿੰਦੇ ਜਿੰਨਾ ਮਰਜ਼ੀ ਇਹ ਭਾਈ ਤੁਸੀਂ ਕਰਮ ਕਰ ਲਓ ਧਿਆਨ ਕੇਂਦਰਿਤ ਕਰਨ ਦੇ, ਧਿਆਨ ਜੋੜਨ ਦੇ, ਜਿੰਨੇ ਮਰਜ਼ੀ ਤੁਸੀਂ ਗਿਆਨ ਦੀਆਂ ਗੱਲਾਂ ਕਰ ਲਵੋ, ਜਿੰਨੇ ਮਰਜ਼ੀ ਜਪ ਤੇ ਤਪਾਂ ਦੀਆਂ ਗੱਲਾਂ ਕਰ ਲਓ, ਜਦੋਂ ਤੀਕਰ ਅਨੁਭਵ ਨਹੀਂ ਹੈ ਉਦੋਂ ਤੱਕ ਇਹ ਸਾਰੇ ਕਰਮ ਬੇਅਰਥ ਹਨ। ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਿਤ ਵਖਿਆਨ। ਖਟ ਸ਼ਾਸਤਰ ਦਾ ਅਰਥ 6 ਸ਼ਾਸਤਰ ਜਿਹੜੇ ਹਿੰਦੂ ਧਰਮ 'ਚ ਮੰਨੇ ਗਏ ਨੇ, ਉਹਨਾਂ ਦੇ ਨਾ 6 ਸ਼ਾਸਤਰ ਮੰਨੇ ਗਏ ਨੇ, ਜਿਨ੍ਹਾਂ ਦੀਆਂ ਆਪਣੀਆਂ ਵੱਖੋ ਵੱਖਰੀਆਂ ਸਿੱਖਿਆਵਾਂ ਨੇ, ਜਿਨ੍ਹਾਂ ਵਿੱਚ ਆਪਣੇ ਵੱਖੋ ਵੱਖਰੇ ਕਰਮ ਦੱਸੇ ਗਏ ਨੇ। 6 ਘਰ 6 ਗੁਰ 6 ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਉਹਨਾਂ ਦੇ ਉਪਦੇਸ਼ ਵੱਖੋ ਵੱਖਰੇ ਨੇ, ਉਹਨਾਂ ਦੀਆਂ ਸਿੱਖਿਆਵਾਂ ਵੱਖੋ ਵੱਖਰੀਆਂ, ਉਹਨਾਂ ਦੇ ਉਚਾਰਨ ਕਰਨ ਵਾਲੇ ਵੱਖਰੇ ਵੱਖਰੇ ਹਨ। ਪਾਤਸ਼ਾਹ ਕਹਿੰਦੇ ਭਾਵੇਂ ਉਹਨਾਂ ਸਾਰੇ ਸ਼ਾਸਤਰਾਂ ਨੂੰ ਕੋਈ ਪੜ੍ਹ ਲਵੇ, ਖਟ ਸ਼ਾਸਤਰ ਸਿਮਰਿਤ ਵਖਿਆਨ, ਸਿਮਰਤੀਆਂ ਜੋ 27 ਮੰਨੀਆਂ ਗਈਆਂ ਹਨ ਮੰਨੀਆਂ ਨਹੀਂ ਹਨ, ਉਹ ਜੋ 27 ਸਿਮਰਤੀਆਂ ਹਨ, ਭਾਵੇਂ ਉਹਨਾਂ ਦਾ ਵਖਿਆਨ ਵੀ ਕੋਈ ਸੁਣ ਲਵੇ। ਆਪਾਂ ਕਹਿ ਲਈਏ, ਮੰਨ ਲਓ ਆਪਾਂ ਇੱਕ ਗ੍ਰੰਥ ਦੀ ਕਥਾ ਸ਼ੁਰੂ ਕੀਤੀ, ਜਿੱਦਾਂ ਹੁਣ ਆਪਾਂ ਭਗਤ ਬਾਣੀ ਪੋਥੀ ਦੀ ਕਥਾ ਸ਼ੁਰੂ ਕੀਤੀ ਹੋਈ ਹੈ ਨਾ, ਆਪਾਂ ਮੱਧ ਵਿੱਚ ਹਾਲੇ ਅੱਧ ਵਿਚਕਾਰ ਨਹੀਂ ਪਹੁੰਚੇਗਾ, ਅੱਧ ਤੋਂ ਵੱਧ ਭਗਤ ਬਾਣੀ ਹਲੇ ਵਿਚਾਰਨ ਦੇ ਲਈ ਪਈ ਹੋਈ ਹੈ। ਸਾਰੀ ਪੋਥੀ ਦੀ ਕਥਾ ਵਖਿਆਨ ਕੋਈ ਸਰਵਣ ਕਰ ਲਵੇ, ਹੈ ਨਾ, ਗੁਰਬਾਣੀ ਦੀ ਸੰਪੂਰਨ ਕਥਾ ਕੋਈ ਸਰਵਣ ਕਰ ਲਵੇ। ਗੱਲ ਕੇਵਲ ਸੁਣਨ ਦੀ ਨਹੀਂ ਹੈ ਸਾਧ ਸੰਗਤ, ਗੱਲ ਇੱਥੇ ਮਨ ਵਿੱਚ, ਜੀਵਨ ਵਿੱਚ, ਕਰਮਾਂ ਵਿੱਚ ਧਾਰਨ ਕਰਨ ਦੀ ਹੈ। ਜੇ ਕਰਮਾਂ ਵਿੱਚ ਇੱਕ ਅੱਖਰ ਵੀ ਵਸ ਜਾਏ ਨਾ, ਇੱਕ ਅੱਖਰ ਵੀ, ਕਰਮਾਂ ਵਿੱਚ ਇੱਕ ਵਚਨ ਵੀ ਵਸ ਜਾਏ ਨਾ, ਉਹ ਵੀ ਜੀਵਨ ਨੂੰ ਤਾਰ ਕੇ ਲੰਘ ਜਾਏਗਾ। ਸੁਣਿਆ ਜਿੰਨਾ ਮਰਜੀ, ਅਮਲ ਜੇਕਰ ਇੱਕ ਵਚਨ ਦੇ ਉੱਪਰ ਵੀ ਕਰ ਲਿਆ ਤੇ ਜੀਵਨ ਉਸੇ ਸਮੇਂ ਬਦਲ ਜਾਵੇਗਾ। ਸੋ ਗੁਰੂ ਪਾਤਸ਼ਾਹ ਕਹਿਣ ਲੱਗੇ, ਖਟ ਸ਼ਾਸਤਰ ਸਿਮਰਿਤ ਵਖਿਆਨ। ਯੋਗ ਅਭਿਆਸ, ਯੋਗੀਆਂ ਵਾਲੇ ਅਭਿਆਸ ਕੋਈ ਕਰੇ, ਹੈ ਨਾ, ਯੋਗ ਅਭਿਆਸ, ਕਰਮ ਧਰਮ ਕਿਰਿਆ, ਉਹਨਾਂ ਦੇ ਸਾਰੇ ਹੀ ਕਰਮ ਕਰੇ, ਸਾਰੇ ਹੀ ਧਰਮ ਕਰੇ, ਸਾਰੀਆਂ ਹੀ ਕਿਰਿਆਵਾਂ ਜੋ ਦੱਸਦੇ ਹਨ ਉਹ ਕਿਰਿਆਵਾਂ ਨੂੰ ਕਰਨਾ ਕਰੇ। ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮਦੇ ਵਿਰਿਆ। ਸਭ ਕੁਝ ਤਿਆਗ ਕੇ, ਘਰ ਪਰਿਵਾਰ ਕੰਮ ਕਾਰ ਜ਼ਮੀਨ ਜਾਇਦਾਦ ਸਭ ਛੱਡ ਕੇ ਬਨ ਮਦੇ ਫਿਰਿਆ। ਭਾਵੇਂ ਕੋਈ ਜੰਗਲਾਂ ਦੇ ਵਿੱਚ ਫਿਰੇ ਵੀ ਮੈਂ ਤਾਂ ਜੀ ਤਿਆਗੀ ਹੋ ਗਿਆ, ਮੈਂ ਤੇ ਸਭ ਕੁਝ ਤਿਆਗ ਦਿੱਤਾ। ਅਨੇਕ ਪ੍ਰਕਾਰ ਕੀਏ ਬਹੁ ਯਤਨਾ, ਅਨੇਕਾਂ ਤਰੀਕਿਆਂ ਦੇ ਨਾਲ ਕੋਈ ਯਤਨ ਕਰੇ, ਜਿਵੇਂ ਜਿਵੇਂ ਦੁਨੀਆ ਉਸ ਨੂੰ ਦੱਸੇ। ਤੇ ਉਹਨਾਂ ਯਤਨਾਂ ਵਿੱਚ ਕੀ ਹੋਵੇ ਜੀ, ਪੁੰਨ ਦਾਨ ਹੋਮੇ ਬਹੁ ਰਤਨਾ। ਉਹਦੇ ਵਿੱਚ ਪੁੰਨ ਕਰਮ ਹੋਣ, ਵੀ ਜਿਨ੍ਹਾਂ ਨੂੰ ਲੋਕਾਂ ਨੇ ਪੁੰਨ ਕਿਹਾ ਉਹ ਪੁੰਨ ਕਰਮ ਕਰੇ। ਠੀਕ ਹੈ ਜੀ। ਪੁੰਨ, ਦੂਜੀ ਗੱਲ ਦਾਨ, ਦਾਨ ਕਰੇ, ਵੀ ਦਾਨ ਨੂੰ ਬਹੁਤ ਚੰਗਾ ਮੰਨਿਆ ਗਿਆ ਹੈ ਜੀ, ਅਸੀਂ ਦਾਨ ਕਰਦੇ ਹਾਂ। ਪਾਤਸ਼ਾਹ ਕਹਿੰਦੇ ਪੁੰਨ ਦਾਨ ਹੋਮੇ ਬਹੁ ਰਤਨਾ, ਬਹੁਤੇ ਕੀਮਤੀ ਰਤਨ ਉਹ ਵੀ ਹੋਮ ਦੇਵੇ। ਹੋਮ ਦੇਣ ਤੋਂ ਭਾਵ ਹੁੰਦਾ ਵਾ ਸਾਧ ਸੰਗਤ, ਜਦੋਂ ਹਿੰਦੂ ਧਰਮ 'ਚ ਯੱਗ ਕੀਤਾ ਜਾਂਦਾ ਨਾ ਤੇ ਇੱਕ ਅਗਨੀ ਕੁੰਡ ਬਣਾਇਆ ਜਾਂਦਾ ਵਾ। ਅਗਨੀ ਕੁੰਡ ਜਦੋਂ ਬਣਾਇਆ ਜਾਂਦਾ, ਪੰਡਿਤ ਜੀ ਜਦੋਂ ਉਹ 'ਚ ਅਗਨੀ ਬਾਲ ਲੈਂਦੇ ਨੇ, ਫਿਰ ਉਹਦੇ ਵਿੱਚੋਂ ਪਾਈ ਜਾਂਦੇ ਹਨ ਉਹ ਤੇਲ ਜਾਂ ਹੋਰ ਚੀਜ਼ਾਂ ਜਾਂ ਚੰਦਨ ਜਾਂ ਕੀ ਚੀਜ਼, ਉਹਨੂੰ ਕਹਿੰਦੇ ਨੇ ਹੋਮਣਾ। ਅਗਨ ਦੇ ਵਿੱਚ ਉਹਨੂੰ ਭੇਂਟ ਕਰ ਦੇਣਾ ਯੱਗ ਦੇ ਵਿੱਚ ਕਿਸੇ ਕਾਰਜ ਦੀ ਸਿੱਧੀ ਦੇ ਲਈ, ਉਹਨੂੰ ਹੋਮ ਕਰਨਾ ਕਹਿ ਦਿੰਦੇ ਆ। ਪਾਤਸ਼ਾਹ ਜੀ ਕਹਿੰਦੇ ਪੁੰਨ
ਦਾਨ ਅਨੇਕਾਂ ਪੁੰਨ ਕੀਤੇ ਜਾਣ, ਅਨੇਕਾਂ ਦਾਨ ਕੀਤੇ ਜਾਣ, ਹੋਮੇ ਬਹੁ ਰਤਨਾ ਅਨੇਕਾਂ ਹੀ ਰਤਨ ਹੋਮ ਦਿੱਤੇ ਜਾਣ, ਭੇਂਟ ਕਰ ਦਿੱਤੇ ਜਾਣ, ਇੰਨਾ ਕੁਝ ਕਰ ਲਿਆ ਜਾਏ। ਇੱਥੇ ਬਸ ਨਹੀਂ, ਸਰੀਰ ਕਟਾਏ, ਆਪਣਾ ਸਰੀਰ ਕਟਾ ਲਵੇ, ਇਹਨੂੰ ਇੱਦਾਂ ਨਾ ਕੱਟ ਲਵੇ, ਡਕਰਿਆਂ ਦੇ ਵਿੱਚ ਟੁਕੜੇ ਟੁਕੜੇ ਇਹਦੇ ਕਰ ਲਵੇ, ਸਰੀਰ ਕਟਾਏ। ਭਾਈ ਜਿਹੜੇ ਕਰਮ ਹਨ ਆਪੋ ਆਪਣੀ ਥਾਂ ਦੇ ਉੱਪਰ ਲੋਕਾਂ ਨੂੰ ਇਹ ਚੰਗੇ ਲੱਗਦੇ ਹੋਣਗੇ, ਪਰ ਸਾਡੀ ਗੱਲ ਸੁਣੋ, ਸੱਚੇ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਦੇ ਨਾਮ ਦੀ ਵਿਚਾਰ ਦੇ ਮੁਕਾਬਲੇ ਤੇ ਕਰਮ ਨਹੀਂ ਅੱਪੜ ਸਕਦੇ। ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਵੀ ਜੇ ਪਰਮੇਸ਼ਰ ਦਾ ਨਾਮ ਗੁਰੂ ਦੀ ਸ਼ਰਨ ਵਿੱਚ ਪੈ ਕੇ ਗੁਰੂ ਦੇ ਦੱਸੇ ਤਰੀਕੇ ਦੇ ਰਾਹੀਂ ਜਪ ਲਿਆ ਜਾਵੇ ਨਾ, ਉਹ ਵੀ ਇਹਨਾਂ ਸਾਰੇ ਕਰਮਾਂ ਤੋਂ ਸ਼੍ਰੋਮਣੀ ਹੈ, ਉੱਤਮ ਹੈ। ਸੋ ਗੁਰਮਤਿ ਵਿੱਚ ਜਿਹੜਾ ਮਾਰਗ ਸਵੀਕਾਰ ਕੀਤਾ ਗਿਆ ਸਾਧ ਸੰਗਤ, ਜਿਸ ਮਾਰਗ ਨੂੰ ਸ਼੍ਰੋਮਣੀ ਮਾਰਗ ਮੰਨਿਆ ਗਿਆ ਪ੍ਰਭੂ ਪ੍ਰਾਪਤੀ ਦੇ ਲਈ, ਉਹ ਹੈ ਭਾਈ ਨਾਮ ਦਾ ਮਾਰਗ। ਨਾਮ ਦੇ ਮਾਰਗ ਤੋਂ ਬਾਕੀ ਸਾਰੇ ਮਾਰਗ ਹੇਠਾਂ ਮੰਨੇ ਗਏ ਹਨ। ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਇੱਕ ਸ਼ਬਦ ਕਈ ਦਫੇ ਮੁੱਖ ਵਾਕ ਰੂਪ ਦੇ ਵਿੱਚ ਆਉਂਦਾ ਹੈ, ਉਹਦੇ ਵਿੱਚ ਵੀ ਗੁਰੂ ਪਾਤਸ਼ਾਹ ਇਹੀ ਵਚਨ ਦ੍ਰਿੜ ਕਰਵਾਉਂਦੇ ਹਨ, ਕਰਮ ਧਰਮ ਪਾਖੰਡ ਜੋ ਦੀਸੈ ਤਿਨ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ, ਸੰਤੋ ਰਾਮ ਨਾਮ ਨਿਸਤਰੀਐ ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ ਰਹਾਓ, ਕੋਟ ਤੀਰਥ ਮਜਨ ਇਸ਼ਨਾਨਾ ਇਸ ਕਲ ਮਹਿ ਮੈਲ ਭਰੀ ਜੈ, ਸਾਧ ਸੰਗਤ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ। ਗੁਰੂ ਸਾਹਿਬ ਜੀ ਨੇ ਤੇ ਬੜੇ ਪ੍ਰੇਮ ਨਾਲ ਸਾਧ ਸੰਗਤ ਤੇ ਬਚਨ ਸਾਨੂੰ ਸਮਝਾਉਣਾ ਕੀਤਾ। ਵੇਦ ਕਤੇਬ ਸਿਮਰਿਤ ਸਭ ਸ਼ਾਸਤਰ ਇਨ ਪੜਿਆ ਮੁਕਤ ਨਾ ਹੋਈ, ਏਕ ਅਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ। ਖੱਤਰੀ ਵੈਸ਼ ਹਨਾ, ਖੱਤਰੀ ਸ਼ੂਦ ਵੈਸ, ਮਹਾਰਾਜ ਕਹਿੰਦੇ ਜਿੰਨੇ ਵੀ ਇਹ ਲੋਕ ਹਨ, ਉਪਦੇਸ਼ ਚੌਂ ਵਰਨਾ ਕੋ ਸਾਂਝਾ, ਗੁਰਮੁਖ ਨਾਮ ਜਪੈ ਉਧਰੈ ਸੋ ਕਲ ਮਹਿ ਘਟ ਘਟ ਨਾਨਕ ਮਾਝਾ। ਗੱਲ ਇੱਥੇ ਵੀ ਨਾਮ ਦੀ ਹੋਈ, ਤੇ ਇਸੇ ਨਾਮ ਦੀ ਗੱਲ ਨੂੰ ਮਹਾਰਾਜ ਜੀ ਨੇ ਆਖਣਾ ਕੀਤਾ, ਸੰਤੋ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਜੇ ਕੋਈ ਭਾਈ ਸੰਤ ਜਨਾਂ ਦਾ ਬਚਨ ਕਮਾ ਲਵੇ, ਤੇ ਸੰਤ ਜਨਾਂ ਦਾ ਬਚਨ ਕਿਹੜਾ ਹੈ ਜੀ? ਨਾਮ ਜਪੈ ਉਧਰੈ ਸੋ, ਪਰਮੇਸ਼ਰ ਦਾ ਨਾਮ ਜੋ ਜਪਦਾ ਹੈ ਭਾਈ, ਸੋ ਉਧਰ ਜਾਂਦਾ ਹੈ, ਸੋ ਤਰ ਜਾਂਦਾ ਹੈ, ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ। ਇਉਂ ਸਾਧ ਸੰਗਤ ਗੁਰਮਤਿ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੀਵਨ ਦੇ ਉਧਾਰ ਦੇ ਲਈ, ਜੀਵਨ ਦੇ ਕਲਿਆਣ ਦੇ ਲਈ ਜਿਸ ਮਾਰਗ ਨੂੰ ਸ਼੍ਰੋਮਣੀ ਮੰਨਿਆ, ਉਹ ਹੈ ਨਾਮ ਦਾ ਮਾਰਗ। ਤੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਇਸ ਨੂੰ ਜਪਿਆ ਜਾਂਦਾ ਹੈ ਭਾਈ। ਲੋਕਾਂ ਦੇ ਦੱਸੇ ਤਰੀਕਿਆਂ ਦੇ ਨਾਲ ਜਪਿਆਂ ਹੋ ਸਕਦਾ ਹੈ ਅਸੀਂ ਵੀ ਉਜੜੇ ਪਏ ਰਹੀਏ, ਪਰ ਸਤਿਗੁਰੂ ਦੇ ਦੱਸੇ ਤਰੀਕੇ ਦੇ ਨਾਲ ਇੱਕ ਵਾਰੀ ਜਪਿਆਂ ਸੁਰਤ ਪ੍ਰਭੂ ਚਰਨਾਂ 'ਚ ਟਿਕ ਜਾਂਦੀ ਹੈ। ਇੱਕ ਵਾਰੀ ਜੋ ਗੁਰੂ ਨੇ ਦੱਸਿਆ ਨਾ, ਉਸ ਤਰੀਕੇ ਉੱਪਰ ਚੱਲ ਕੇ ਇੱਕ ਵਾਰੀ ਵੀ ਜੇਕਰ ਜਪਿਆ ਜਾਏ, ਸੁਰਤ ਟਿਕ ਜਾਂਦੀ ਹੈ। ਕਿਵੇਂ ਟਿਕਦੀ ਜੀ? ਆਪਾਂ ਹੁਣੇ ਇੱਕ ਤੁਕ ਪੜ੍ਹੀ ਸੀ, ਗੁਰਮੁਖ ਨਾਮ ਜਪੈ। ਗੁਰਮੁਖ ਦਾ ਅਰਥ ਜੀ ਗੁਰੂ ਦੇ ਸਨਮੁਖ ਹੋ ਕੇ, ਇੱਦਾਂ ਗੁਰੂ ਜੀ ਦੇ ਸਾਹਮਣੇ ਬੈਠ ਕੇ। ਮਹਾਰਾਜ ਜੀ ਦੱਸੋ ਖਾਂ ਤਰੀਕਾ ਆਪ ਜੀ। ਗੁਰਮੁਖ ਨਾਮ ਜਪੈ, ਗੁਰੂ ਦੇ ਸਨਮੁਖ ਬੈਠ ਕੇ ਜੋ ਨਾਮ ਜਪਦਾ ਹੈ, ਉਧਰੈ ਸੋ, ਉਹ ਉਧਰ ਜਾਂਦਾ ਹੈ, ਉਹ ਤਰ ਜਾਂਦਾ ਹੈ। ਤੇ ਗੁਰੂ ਜੀ ਦੱਸਦੇ ਕੀ ਹਨ? ਕਲ ਮੈਂ ਘਟ ਘਟ ਨਾਨਕ ਮਾਝਾ। ਪਾਤਸ਼ਾਹ ਜੀ ਕਹਿੰਦੇ ਭਾਈ ਇਹ ਕਲਯੁਗ ਦੇ ਵਿੱਚ ਨਾ ਸਮਾਂ ਜਿਹਨੂੰ ਆਖਿਆ ਜਾਂਦਾ ਘਟ ਘਟ, ਘਟ ਦਾ ਅਰਥ ਹੁੰਦਾ ਵਾ ਜੀ ਆ ਮਨ। ਤੇ ਜਦੋਂ ਘਾਟ ਦੇ ਟੈਂਕੇ ਨੂੰ ਸਿਹਾਰੀ ਆ ਜਾਏ ਨਾ, ਉਦੋਂ ਇਹਦਾ ਅਰਥ ਬਣ ਜਾਂਦਾ ਘਾਟ ਵਿੱਚ, ਭਾਵ ਮਨ ਦੇ ਵਿੱਚ, ਮਨ ਦੇ ਅੰਦਰ। ਘਟ ਘਟ ਨਾਨਕ ਮਾਝਾ, ਹਰ ਇੱਕ ਮਨ ਵਿੱਚ, ਹਰ ਇੱਕ ਸਰੀਰ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਜੀ ਵਿਆਪਕ ਹਨ। ਤੇ ਰੱਬ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ
ਪਰਮੇਸ਼ਰ ਜੀ ਦੀ ਹਾਜ਼ਰ ਨਾਜ਼ਰਤਾ ਦਾ ਅਨੁਭਵ ਕਰਦੇ ਹੋਏ, ਰੱਬ ਜੀ ਨੂੰ ਇੱਦਾਂ ਮਹਿਸੂਸ ਕਰਦੇ ਹੋਏ ਕਿ ਸਾਡੇ ਤੋਂ ਵੱਖਰੇ ਨਹੀਂ ਨੇ, ਉਹਨਾਂ ਦੀ ਜੋਤ ਸਾਡੇ ਹੀ ਅੰਦਰ ਟਿਕੀ ਹੋਈ ਹੈ, ਉਸ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਜਦੋਂ ਜਪਿਆ ਜਾਂਦਾ ਨਾ, ਉਸ ਵੇਲੇ ਸੁਰਤ ਉਸ ਦੇ ਮਿਲਾਪ ਦੇ ਆਨੰਦ ਨੂੰ ਮਾਣਦੀ ਹੈ। ਜਦੋਂ ਰੱਬ ਨੂੰ ਗੈਰ ਹਾਜ਼ਰ ਜਾਣ ਕੇ ਜਪਿਆ ਜਾਂਦਾ ਉਦੋਂ ਗੱਲ ਹੋਰ ਹੁੰਦੀ, ਤੇ ਜਦੋਂ ਹਾਜ਼ਰ ਨਾਜ਼ਰ ਜਾਣ ਕੇ ਜਪਿਆ ਜਾਂਦਾ ਉਦੋਂ ਗੱਲ ਹੋਰ ਹੁੰਦੀ। ਗੁਰਮਤ ਨੇ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਮੰਨਿਆ ਹੈ ਸਾਧ ਸੰਗਤ, ਪਰੇ ਨਹੀਂ ਮੰਨਿਆ, ਦੂਰ ਨਹੀਂ ਜਾਣਿਆ। ਪਾਤਸ਼ਾਹ ਜੀ ਕਹਿੰਦੇ ਨੇ ਉਹ ਤੇ ਸਦਾ ਹੀ ਹਾਜ਼ਰ ਨਾਜ਼ਰ ਹੈ। ਸਦਾ ਅੰਗ ਸੰਗੇ ਅਪੰਗੰ ਵਿਭੂਤੇ, ਸਦਾ ਅੰਗ ਸੰਗ, ਸਦਾ ਹਾਜ਼ਰ ਨਾਜ਼ਰ ਮੰਨਿਆ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਅੰਗੀਕਾਰ ਕਰਨ ਵਾਲਾ ਕਿੱਥੇ ਹੈ ਜੀ? ਅੰਗ ਸੰਗ ਹੈ, ਹਰ ਵੇਲੇ ਨੇੜੇ ਹੈ, ਦੂਰ ਤੇ ਨਹੀਂ ਹੈ। ਰਵਿਆ ਰੇ ਰਵਿਆ ਸਰਬ ਥਾਨ, ਗੁਰਬਾਣੀ ਕਹਿੰਦੀ ਹੈ ਭਾਈ ਰਵਿਆ ਹੋਇਆ ਹੈ, ਵਿਆਪਕ ਹੈ, ਸਾਰੀਆਂ ਥਾਵਾਂ ਤੇ ਹੈ। ਬਸ ਅਸੀਂ ਉਹਨੂੰ ਕਿਸੇ ਹੋਰ ਰੂਪ 'ਚ ਵੇਖਦੇ ਹਾਂ ਤੇ ਗੁਰੂ ਸਾਹਿਬ ਸਾਨੂੰ ਕਿਸੇ ਹੋਰ ਰੂਪ 'ਚ ਸਮਝਾਉਂਦੇ ਹਨ। ਫਰਕ ਇੰਨਾ ਕੁ ਹੈ, ਅੰਤਰ ਇੰਨਾ ਕੁ ਹੈ। ਅਸੀਂ ਵਾਹਿਗੁਰੂ ਜੀ ਨੂੰ ਉਸ ਰੂਪ 'ਚ ਵੇਖਣਾ ਪਸੰਦ ਕਰਦੇ ਹਾਂ ਜਿਵੇਂ ਲੋਕਾਂ, ਉਹ ਧੰਨ ਗੁਰੂ ਨਾਨਕ ਸਾਹਿਬ ਦੇ ਜੀਵਨ, ਖਿਮਾ ਕਰਨੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ 'ਚ ਇੱਕ ਸਾਖੀ ਆਉਂਦੀ। ਪਟਨਾ ਸਾਹਿਬ ਦੀ ਧਰਤੀ ਤੇ ਕਹਿੰਦੇ ਨਾ ਇੱਕ ਪੰਡਤ ਜੀ ਰਹਿੰਦੇ ਸਨ, ਉਹਨਾਂ ਦਾ ਨਾਮ ਸੀ ਸ਼ਿਵਦੱਤ। ਸ਼ਿਵਦੱਤ ਉਹਨਾਂ ਦਾ ਨਾਮ ਸੀ, ਤੇ ਉਹ ਰਾਮਚੰਦਰ ਜੀ ਦੇ ਉਪਾਸ਼ਕ ਸਨ, ਉਹਨਾਂ ਦੀ ਭਗਤੀ ਕਰਦੇ ਸਨ, ਤੇ ਰੋਜ਼ ਉਹ ਗੰਗਾ ਨਹਾਉਣ ਜਾਂਦੇ ਸਨ। ਤੇ ਉਹਨਾਂ ਦੇ ਮਨ ਦੀ ਕਹਿੰਦੇ ਰੋਜ਼ ਦੀ ਇੱਛਾ ਹੁੰਦੀ ਸੀ ਵੀ ਮੈਨੂੰ ਰਾਮ ਜੀ ਦੇ ਦਰਸ਼ਨ ਹੋਣ, ਦੀਦਾਰ ਹੋਣ, ਏਦਾਂ ਸਾਹਮਣੇ ਮੈਨੂੰ ਉਹਨਾਂ ਦਾ ਦੀਦਾਰ ਹੋਵੇ। ਸਾਖੀ ਤੇ ਪ੍ਰਚਲਿਤ ਕਿਸੇ ਹੋਰ ਰੂਪ 'ਚ ਕਰ ਦਿੱਤੀ ਗਈ, ਪਰ ਜਦੋਂ ਗੁਰਮਤ ਦੇ ਦ੍ਰਿਸ਼ਟੀਕੋਣ ਤੋਂ ਆਪਾਂ ਵੇਖਦੇ ਹਾਂ ਨਾ, ਫਿਰ ਆਪਾਂ ਨੂੰ ਥੋੜ੍ਹਾ ਜਿਹਾ ਸਾਖੀ ਨੂੰ ਵਿਚਾਰਨ ਦੀ ਲੋੜ ਪੈਂਦੀ ਹੈ। ਹੁਣ ਉਹ ਕਹਿੰਦੇ ਨੇ ਮੈਨੂੰ ਦੀਦਾਰ ਹੋਵੇ, ਭਗਤ ਨੇ, ਹੈ ਨਾ, ਦਰਸ਼ਨ ਉਹ ਐਂ ਚਾਹੁੰਦੇ ਨੇ ਵੀ ਸਾਨੂੰ ਐ ਅੱਖਾਂ ਸਾਹਮਣੇ ਦਿਸ ਜਾਏ ਖੜਾ ਤੇ ਮੈਂ ਗੱਲਾਂ ਕਰਾਂ ਉਸ ਨਾਲ, ਇਹ ਉਹਨਾਂ ਦੀ ਇੱਛਾ ਵਾ। ਹੁਣ ਭਾਵਨਾ ਸ਼ੁੱਧ ਹੈ, ਭਾਵਨਾ ਤੇ ਸ਼ੁੱਧ ਹੈ ਨਾ, ਯਤਨ ਵੀ ਕਰ ਰਹੇ ਨੇ, ਪਰ ਗੱਲ ਇਹ ਆ ਕਿ ਉਹਨਾਂ ਦੀ ਸ਼ੁੱਧ ਭਾਵਨਾ ਤੇ ਉਹਨਾਂ ਦੇ ਯਤਨਾਂ ਨੂੰ ਬੂਰ ਨਹੀਂ ਪੈ ਰਿਹਾ, ਫਲ ਨਹੀਂ ਪੈ ਰਿਹਾ। ਕਾਰਨ ਕਿਉਂ ਹੈ ਜੀ? ਵੀ ਜਿਹੜੇ ਯਤਨ ਉਹ ਕਰ ਰਹੇ ਨੇ ਉਹ ਯਤਨ ਠੀਕ ਨਹੀਂ ਹੈਗੇ ਉਹਨਾਂ ਦੇ। ਉਹਨਾਂ ਦੇ ਅੰਦਰ ਇੱਛਾ ਹੈ, ਉਹ ਕਾਰਜਸ਼ੀਲ ਨੇ, ਐਨਰਜੀ ਵੀ ਹੈਗੀ ਆ, ਉਹ ਲਾ ਵੀ ਰਹੇ ਨੇ ਆਪਣੀ ਐਨਰਜੀ ਨੂੰ, ਪਰ ਜਿਸ ਰੂਪ ਦੇ ਵਿੱਚ ਲਾ ਰਹੇ ਨੇ ਨਾ, ਉਹ ਤਰੀਕਾ ਉਹਨਾਂ ਨੂੰ ਨੇੜੇ ਲੈ ਕੇ ਜਾਣ ਵਾਲਾ ਨਹੀਂ ਹੈਗਾ। ਇਹਨੂੰ ਸੌਖਾ ਜਿਹਾ ਇਉਂ ਸਮਝ ਲਓ ਵੀ ਜਾਣਾ ਹੋਵੇ ਕਿਸੇ ਬੰਦੇ ਨੇ ਅੰਮ੍ਰਿਤਸਰ ਦਰਸ਼ਨ ਕਰਨ ਦੇ ਲਈ, ਹੈ ਨਾ, ਉਹਦੇ ਕੋਲ ਕਾਰ ਵੀ ਹੈ, ਉਹ 'ਚ ਡੀਜ਼ਲ ਵੀ ਪਾਇਆ, ਪੈਟਰੋਲ ਵੀ ਪਾਇਆ, ਉਹਦੇ ਕੋਲ ਪੈਸੇ ਵੀ ਹਨ ਬਟੂਏ 'ਚ 8-10 ਹਜ਼ਾਰ ਰੁਪਈਆ, ਵੀ ਚਲੋ ਰਾਹ 'ਚ ਲੋੜ ਪਈ ਕਿਤੇ ਖਰਚ ਵੀ ਲਵਾਂਗੇ, ਹੈ ਨਾ, ਉਹਦੇ 'ਚ ਆਪਣੇ 'ਚ ਸਮਰੱਥਾ ਵੀ ਆ, ਇੱਛਾ ਵੀ ਹੈ ਤੇ ਲਗਨ ਵੀ ਆ, ਜਾਣਾ ਵੀ ਚਾਹੁੰਦਾ। ਪਰ ਦੱਸਣ ਵਾਲੇ ਨੇ ਦਿੱਲੀ ਵਾਲੀ ਰੋਡ ਤੇ ਪਾ ਦਿੱਤਾ ਵੀ ਇੱਧਰ ਨੂੰ ਚੜ ਜਾ ਤੇ ਤੂੰ ਪਹੁੰਚ ਜਾਏਗਾ। ਹੁਣ ਉਹ ਤੇ ਵਿਚਾਰਾ ਤੁਰਿਆ ਜਾ ਰਿਹਾ ਜਿੱਧਰ ਨੂੰ ਤੋਰਿਆ, ਉਹ ਤੇ ਆਪਣਾ ਸਮਾਂ ਵੀ ਲਾ ਰਿਹਾ, ਉਹ ਤੇ ਆਪਣਾ ਪੈਸਾ ਵੀ ਲਾ ਰਿਹਾ, ਆਪਣੀ ਐਨਰਜੀ ਵੀ ਲਾ ਰਿਹਾ, ਪਰ ਮੰਜ਼ਿਲ ਤੇ ਨਹੀਂ ਪਹੁੰਚ ਰਿਹਾ। ਕਿਉਂ? ਕਿਉਂਕਿ ਰਾਹ ਉਹ ਫੜ ਲਿਆ ਜਿਹੜਾ ਉਹਦੀ ਮੰਜ਼ਿਲ ਤੇ ਜਾਂਦਾ ਨਹੀਂ। ਇਹ 'ਚ ਉਹਦਾ ਕਸੂਰ ਨਹੀਂ, ਇਹ 'ਚ ਸਿਰਫ ਇੰਨੀ ਗੱਲ ਹੈ ਵੀ ਦੱਸਣ ਵਾਲੇ ਨੇ ਕਿਸੇ ਹੋਰ ਰਾਹ ਤੇ ਪਾ ਦਿੱਤਾ। ਉਹਦਾ ਇੰਨਾ ਕਸੂਰ ਆ ਵੀ ਜੇ ਥੋੜ੍ਹਾ ਬਹੁਤ ਚੱਲਿਆ, ਘੰਟਾ, 1.5 ਘੰਟਾ, 2 ਘੰਟੇ ਚੱਲਿਆ ਵੀ ਮੰਜ਼ਿਲ ਨੇੜੇ ਨਹੀਂ ਆਈ, ਤੇ ਕਿਸੇ ਹੋਰ ਨੂੰ ਪੁੱਛ ਲੈਣਾ ਚਾਹੀਦਾ ਸੀ ਵੀ ਭਾਈ ਸਾਹਿਬ ਇੰਨੇ ਸਮੇਂ ਦਾ ਮੈਂ ਚੱਲ ਰਿਹਾ, ਮੈਂ ਪਹੁੰਚਿਆ ਨਹੀਂ ਆ, ਮੈਨੂੰ ਦੱਸੋ ਮੈਂ ਰਾਹ ਠੀਕ ਫੜਿਆ ਕਿ ਨਹੀਂ। ਬਸ ਧਰਮ ਦੇ ਵਿੱਚ ਨਾ ਥੋੜ੍ਹੀ ਜਿਹੀ ਇੱਥੇ ਆ ਕੇ ਮਨੁੱਖ ਇੱਕ ਅਵੇਸਲਾਪਣ ਕਰ ਜਾਂਦਾ ਵਾ। ਉਹ 10 ਸਾਲ 20 ਸਾਲ 50 ਸਾਲ ਲੱਗਿਆ ਤੇ ਰਹਿੰਦਾ, ਤੇ ਜਦੋਂ ਨਹੀਂ ਨਾ ਪਹੁੰਚ ਹੁੰਦਾ, ਫਿਰ ਉਹ ਕਿਸੇ ਗੁਰਮੁਖ ਪਿਆਰੇ ਦੇ ਕੋਲ ਬੈਠਣ ਦੀ ਬਜਾਏ, ਜਾਂ ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਤੋਂ ਸੇਧ ਲੈਣ ਦੀ ਬਜਾਏ, ਉਹ ਉਸੇ ਰਸਤੇ ਤੇ ਲੱਗਿਆ ਰਹਿੰਦਾ ਜਿੱਥੇ ਲੱਗਿਆ ਹੁੰਦਾ ਵਾ। ਉੱਥੇ ਫਿਰ ਥੋੜ੍ਹਾ ਜਿਹਾ ਵਿਚਾਰ ਕਰ ਲੈਣਾ ਚਾਹੀਦਾ ਬਈ ਇੰਨੀ ਮਿਹਨਤ ਕਰਕੇ
ਇੰਨਾ ਅੰਮ੍ਰਿਤ ਵੇਲੇ ਜਾ ਕੇ, ਇੰਨਾ ਮੰਤਰ ਜਾਪ ਕਰਕੇ, ਇੰਨੇ ਤੀਰਥ ਇਸ਼ਨਾਨ ਕਰਕੇ ਵੀ ਜੇ ਗੱਲ ਨਹੀਂ ਬਣ ਰਹੀ, ਤੇ ਘੱਟੋ ਘੱਟ ਮੈਨੂੰ ਆਪਣੇ ਰਸਤੇ ਉੱਪਰ ਗੌਰ ਕਰਨੀ ਚਾਹੀਦੀ ਹੈ। ਜਿਹੜੇ ਰਸਤੇ ਤੇ ਮੈਂ ਤੁਰਿਆ ਉਹ ਮੇਰਾ ਰਸਤਾ ਮੇਰੀ ਮੰਜ਼ਿਲ ਵੱਲ ਜਾਂਦਾ ਵੀ ਹੈ ਕਿ ਨਹੀਂ। ਮੈਂ ਆਪਣੇ ਗੁਰੂ ਤੋਂ ਪੁੱਛਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਤੋਂ ਪੁੱਛਾਂ ਵੀ ਜਿਹੜਾ ਰਾਹ ਅਸੀਂ ਫੜ ਲਏ, ਰਾਹ ਸਾਡੀ ਮੰਜ਼ਿਲ ਨੂੰ ਪਾਤਸ਼ਾਹ ਜਾ ਵੀ ਰਿਹਾ ਕਿ ਨਹੀਂ। ਜੇ ਨਹੀਂ ਜਾ ਰਿਹਾ, ਬਦਲ ਦਿਓ ਰਸਤਾ। ਜਿਸ ਪਾਸੇ ਗੁਰੂ ਕਹਿੰਦੇ ਨੇ ਉਹ ਰਾਹ ਤੇ ਤੁਰ ਪਾਓ ਤੇ ਪਹੁੰਚ ਜਾਣਾ ਹੈ। ਬਸ ਇੱਥੇ ਆ ਕੇ ਨਾ ਕਈ ਧਰਮੀ ਜਗਿਆਸੂ, ਕਈ ਅਭਿਆਸੀ ਥੋੜਾ ਜਿਹਾ ਅਵੇਸਲੇ ਹੋ ਜਾਂਦੇ ਨੇ। ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਤੋਂ ਸੇਧ ਲੈਣ ਦੀ ਬਜਾਏ ਉਹੀ ਲੋਕਾਂ ਦੇ ਦੱਸੇ ਹੋਏ ਰਾਹਾਂ ਨੂੰ ਫੋਲੋ ਅਪ ਕਰਦੇ ਰਹਿੰਦੇ ਨੇ, ਜਿਹਦੇ ਕਰਕੇ ਸਮਾਂ ਵੀ ਲੰਘ ਜਾਂਦਾ, ਉਮਰਾਂ ਵੀ ਲੰਘ ਜਾਂਦੀਆਂ, ਤੇ ਵੇਖਣ ਵਿੱਚ ਆਉਂਦਾ ਹੈ ਬਈ ਉਹ ਜੀਵਨ ਦੀ ਜੋ ਖੇਡ ਹੁੰਦੀ ਨਾ ਵਰਤਣੀ ਜ਼ਿੰਦਗੀ 'ਚ, ਥੋੜ੍ਹੇ ਸਮੇਂ 'ਚ ਵਰਤ ਜਾਣੀ, ਉਹ ਨਹੀਂ ਵਰਤਿਆ ਕਰਦੀ। ਉਹਦੇ ਲਈ ਅੰਤਰ ਆਤਮੇ ਤੇ ਝਾਤ ਮਾਰਨ ਦੀ ਲੋੜ ਹੋਇਆ ਕਰਦੀ ਹੈ। ਸੋ ਬੜੇ ਹੀ ਵਿਸਥਾਰ ਦੇ ਨਾਲ ਔਰ ਬੜੇ ਖੂਬਸੂਰਤ ਤਰੀਕੇ ਦੇ ਵਿੱਚ ਭਗਤ ਨਾਮਦੇਵ ਜੀ ਮਹਾਰਾਜ ਨੇ ਇਸ ਪਾਵਨ ਸੰਖੇਪ ਸ਼ਬਦ ਦੇ ਵਿੱਚੋਂ ਨਾਮ ਮਾਰਗ ਦੀ ਵਿਆਖਿਆ ਕੀਤੀ, ਤੇ ਨਾਲ ਹੀ ਇਹ ਦੱਸਣਾ ਕੀਤਾ ਬਈ ਇਸ ਮਾਰਗ ਦੇ ਟਾਕਰੇ ਦੇ ਉੱਪਰ, ਇਹਦੇ ਮੁਕਾਬਲੇ ਦੇ ਉੱਪਰ ਭਾਈ ਜਿਹੜੇ ਹੋਰ ਮਾਰਗ ਹਨ ਉਹ ਬਹੁਤ ਹੇਠਾਂ ਹਨ। ਇਸ ਲਈ ਅਸੀਂ ਜੇ ਸੱਚੇ ਮਨੋਂ ਪਰਮੇਸ਼ਰ ਦੀ ਪ੍ਰਾਪਤੀ ਚਾਹੁੰਦੇ ਹਾਂ ਤੇ ਉਸ ਰਸਤੇ ਤੇ ਪਈਏ ਜਿਸ ਰਸਤੇ ਉੱਪਰ ਸਾਨੂੰ ਗੁਰੂ ਨਾਨਕ ਪਾਤਸ਼ਾਹ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੋਰਦੇ ਪਏ ਨੇ। ਆਪਣੀ ਸੁਰਤ ਨੂੰ ਪਾਂਧੀ ਬਣਾ ਕੇ ਨਾ ਉਹ ਰਸਤਾ ਆਪਾਂ ਲੈਣਾ ਕਰੀਏ ਜੀ। ਸੋ ਆਓ ਸ਼ਬਦ ਦੇ ਪਾਵਨ ਜੋ ਉਪਦੇਸ਼ ਹਨ ਉਹਨਾਂ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ। ਮਨ ਬਿਰਤੀਆਂ ਨੂੰ ਇਕਾਗਰ ਰੱਖਦੇ ਹੋਏ ਸਾਰੀ ਸੰਗਤ ਇੱਕ ਦਫਾ ਉਚਾਰਨ ਕਰੋ ਜੀ, ਸਤਨਾਮ ਵਾਹਿਗੁਰੂ ਜੀ। ਅਸ਼ਮੇਧ ਜਗਨੈ ਤੁਲਾ ਪੁਰਖ ਦਾਨੈ, ਪਰਾਗ ਇਸਨਾਨੈ। ਰਾਗ ਗੋਂਡ ਹੈ, ਬਾਣੀ ਭਗਤ ਨਾਮਦੇਵ ਜੀ ਦੀ ਹੈ। ਉਹਨਾਂ ਦੀ ਬਾਣੀ ਦਾ ਗੋਂਡ ਰਾਗ ਵਿੱਚ ਇਹ ਪਹਿਲਾ ਸ਼ਬਦ ਹੈ। ਤੇ ਨਾਮਦੇਵ ਜੀ ਮਹਾਰਾਜ ਕਹਿਣ ਲੱਗੇ ਅਸੁਮੇਧ ਜਗਨੇ। ਜਗਨੇ ਦਾ ਅਰਥ ਯੱਗ ਕਰਨੇ, ਯੱਗ ਕਰਨੇ। ਜਿੱਦਾਂ ਆਪਾਂ ਨਾ ਗੁਰਮਤਿ ਵਿੱਚ ਆਪਾਂ ਅਖੰਡ ਪਾਠ ਸਾਹਿਬ ਕਰਵਾਉਂਦੇ ਹਾਂ, ਸਹਿਜ ਪਾਠ ਕਰਵਾਉਂਦੇ ਹਾਂ। ਹੁਣ ਤੇ ਸੁਖਮਨੀ ਸਾਹਿਬ ਗਾਉਣ ਲੱਗ ਪਏ, ਸ਼ਾਰਟਕੱਟ ਮਾਰਨ ਲੱਗ ਪਏ ਆਪਣੇ ਲੋਕੀ ਵੀ ਚਲੋ ਜੀ ਸੁਖਮਨੀ ਸਾਹਿਬ ਕਰੋ ਤੇ 2 ਘੰਟਿਆਂ 'ਚ ਹੀ ਸਾਰਾ ਕੰਮ ਕਰਕੇ ਆਪਾਂ ਨਿਬੇੜ ਲਈਏ ਕੰਮ। ਹੌਲੀ ਹੌਲੀ ਮੈਨੂੰ ਲੱਗਦਾ ਵੀ ਇਦੋਂ ਵੀ ਸ਼ਾਰਟਕੱਟ ਆ ਜਾਣਾ, ਕੋਈ ਵੀ ਜਪਜੀ ਸਾਹਿਬ ਪੜ੍ਹ ਲਓ, ਫਿਰ ਕੋਈ ਉਦੋਂ ਵੀ ਸ਼ਾਰਟਕੱਟ ਆ ਜਾਣਾ ਵੀ ਚਲੋ ਜੀ ਮੂਲ ਮੰਤਰੀ ਪੜ੍ਹ ਲਓ ਇੱਕ ਵਾਰੀ, ਕਾਫੀ ਆ, ਹੈ ਨਾ। ਸੋ ਇੰਨੇ ਸ਼ਾਰਟਕੱਟ ਨਾ ਮਾਰਿਆ ਕਰੀਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ, ਮੈਂ ਬੇਨਤੀ ਕਰਾਂ, ਮੰਤਰ ਜਾਪ ਨਹੀਂ ਹੈਗੀ ਵੀ ਕਿਸੇ ਦੂਜੇ ਨੂੰ ਪੈਸੇ ਦੇ ਕੇ ਆਖੋ ਮੇਰੇ ਲਈ ਪੜ੍ਹ ਦੇ ਤੇ ਮੈਨੂੰ ਡਿਗਰੀ ਮਿਲ ਜਾਏ। ਜੇ ਲੈ ਵੀ ਲਵਾਂਗੇ ਇੱਦਾਂ ਡਿਗਰੀ, ਕੀ ਕੰਮ ਆਏਗੀ ਜੀ, ਕੀ ਕੰਮ ਆਏਗੀ ਉਹ। ਕਦੀ ਇੱਦਾਂ ਹੋਇਆ ਬਈ ਸਕੂਲ ਦੇ ਵਿੱਚ ਨਿਆਣੇ ਨੂੰ ਭਰਤੀ ਕਰਾ ਕੇ, ਉਹਦਾ ਦਾਖਲਾ ਕਰਾ ਕੇ, ਤੇ ਹੈਡਮਾਸਟਰ ਨੂੰ ਆਪਾਂ ਆਖੀਏ ਵੀ ਫੀਸ ਮੈਂ ਦੁੱਗਣੀ ਦੇ ਦਿਆਂਗਾ ਜੀ, ਪਰ ਮੇਰੇ ਬੱਚੇ ਦੀ ਥਾਂ ਤੇ ਪੜ੍ਹਨ ਕੋਈ ਹੋਰ ਆਇਆ ਕਰੇਗਾ। ਚਲੋ ਜੇ ਹੈਡਮਾਸਟਰ ਸਹਿਮਤ ਵੀ ਹੋ ਜਾਏ ਵੀ ਕੋਈ ਗੱਲ ਨਹੀਂ, ਸਾਨੂੰ ਤੇ ਪੈਸੇ ਦੁੱਗਣੇ ਮਿਲ ਰਹੇ ਨੇ, ਐਡਮਿਸ਼ਨ ਤੇ ਫੋਟੋ ਤੇਰੇ ਨਿਆਣੇ ਦੀ ਹੋਏਗੀ, ਕਲਾਸ ਕੋਈ ਹੋਰ ਆ ਜਾਇਆ ਕਰੇਗਾ। ਹੁਣ ਜਿਹੜਾ ਪੜ੍ਹੇਗਾ ਸਮਝੇਗਾ ਤੇ ਉਹ ਨਾ, ਜਿਹੜਾ ਪੜ੍ਹੇਗਾ ਭਾਵੇਂ ਉਹਦੇ ਕੋਲੇ ਡਿਗਰੀ ਨਾ ਵੀ ਹੋਏ, ਜਿਹਨੇ ਪੜ੍ਹਿਆ ਸਮਝ ਤੇ ਉਹਨੂੰ ਪਈ ਨਾ। ਦੂਜੇ ਨੇ ਤੇ ਇੱਕ ਕਾਗਜ਼ ਦਾ ਟੁਕੜਾ ਲਿਆ, ਉਹਦਾ ਤੇ ਨਾ ਕੋਈ ਸਮਝ ਆ ਨਾ ਕੋਈ ਤਜਰਬਾ ਹੁੰਦਾ। ਫਿਰ ਜਦੋਂ ਉਹਦੇ ਸਾਹਮਣੇ ਜ਼ਿੰਦਗੀ 'ਚ ਕੋਈ ਸਮੱਸਿਆ ਬਣੇਗੀ ਕਿ ਉਹਨੂੰ ਹੱਲ ਕਰ ਲਏਗਾ ਕਾਗਜ਼ੀ ਡਿਗਰੀਆਂ ਵਾਲਾ? ਨਹੀਂ ਕਰ ਸਕਦਾ ਜੀ। ਉਹਨੇ ਕਿਹੜਾ ਅਟੈਂਡ ਕੀਤਾ ਵਾ। ਸੋ ਭਾਈ ਜਦੋਂ ਅਸੀਂ ਸਤਿਗੁਰ ਜੀ ਦੀ ਪਾਵਨ ਬਾਣੀ ਦਾ ਅਖੰਡ ਪਾਠ ਸਾਹਿਬ ਕਰਵਾਉਂਦੇ ਹਾਂ, ਇਹ ਨਾ ਬੇਨਤੀ ਨੂੰ ਸਮਝਿਓ ਵੀ ਨਾ ਕਰਵਾਓ, ਮੈਂ ਕਹਿੰਦਾ ਕਰਵਾਓ, ਪਰ ਕੋਸ਼ਿਸ਼ ਕਰੋ ਬੈਠੋ ਤੇ ਪਾਠ ਸੁਣੋ। ਠੀਕ ਹੈ, ਜ਼ਰੂਰੀ ਨਹੀਂ ਵੀ ਹਰ ਕੋਈ ਪਾਠ ਕਰ ਸਕਦਾ ਹੋਵੇ। ਬਹੁਤ ਸੱਜਣ ਪ੍ਰੇਮੀ ਐਸੇ ਹੁੰਦੇ ਨੇ ਜਿਹੜੇ ਨਹੀਂ ਪਾਠ ਕਰ ਸਕਦੇ ਹੁੰਦੇ ਪਰ ਸੁਣ ਸਕਦੇ ਨੇ। ਉਹਦੇ ਲਈ ਕੋਈ ਚੰਗਾ ਜਿਹਾ ਪਾਠੀ ਸਿੰਘ ਲੱਭੋ
ਜਿਹਦੀ ਬਾਣੀ ਸਰਲ ਹੋਵੇ, ਸ਼ੁੱਧ ਉਚਾਰਨ ਕਰਦਾ ਹੋਵੇ, ਤੇ ਉਹਨੂੰ ਯਥਾ ਯੋਗ ਜੋ ਦੀ ਬਣਦੀ ਭੇਟਾ ਮਾਇਆ ਜਿੰਨੇ ਦਿਨਾਂ 'ਚ ਉਹਨੇ ਪਾਠ ਕਰਨਾ ਉਹ ਓਨੀ ਦਿਓ, ਉਦੋਂ ਵੱਧ ਦਿਓ। ਤੇ ਉਹਨੂੰ ਇਹ ਬੇਨਤੀ ਕਰੋ, ਭਾਈ ਅਸੀਂ ਸਤਿਗੁਰ ਦੀ ਬਾਣੀ ਦਾ ਇੱਕ ਇੱਕ ਬਚਨ ਆਪਣੇ ਕੰਨਾਂ ਨਾਲ ਸੁਣਨਾ ਹੈ, ਸੁਣਾਓ ਸਾਨੂੰ, ਤਾਂ ਕਿ ਸਾਡੇ ਕੰਨਾਂ 'ਚ ਗੁਰੂ ਸਾਹਿਬ ਦਾ ਬਚਨ ਪਵੇ ਤੇ ਸਾਡੇ ਮਨ ਵਿੱਚ ਸਤਿਗੁਰ ਦਾ ਉਹ ਬਚਨ ਬੈਠਣਾ ਕਰੇ। ਇਸ ਰੂਪ 'ਚ ਪਾਠ ਕਰਵਾਓ। ਮੈਂ ਕਹਿੰਦਾ ਰੋਜ਼ ਪਾਠ ਚੱਲਦਾ ਹੀ ਰੱਖ ਲਓ, ਇੱਕ ਸਹਿਜ ਪਾਠ, ਅਖੰਡ ਪਾਠ ਪੱਕਾ ਹੀ ਰੱਖ ਲਓ, ਕਰਵਾਈਏ ਚੱਲੋ, ਪਾਠ ਹੋਈ ਜਾਵੇ ਤੇ ਗੁਰਬਾਣੀ ਦਾ ਪ੍ਰੇਮੀ ਬੈਠ ਕੇ ਪਾਠ ਸੁਣਦਾ ਰਹੇ। ਇੱਕ ਨਾ ਕਰਵਾਓ, ਪੱਕਾ ਹੀ ਰੱਖ ਲਓ। ਇੱਕ ਪਾਠੀ ਸਿੰਘ ਨੂੰ ਪੱਕਾ ਹੀ ਕਹਿ ਦਿਓ, ਭਾਈ ਤੁਸੀਂ ਸਾਨੂੰ ਪਾਠ ਸੁਣਾਉਣਾ, ਬਸ ਆ ਕੇ ਅਸੀਂ ਸੁਣਨਾ। ਵੇਖੋ ਇਸ ਰੂਪ 'ਚ ਪਾਠ ਕੀਤਾ ਜਾਏ ਉਹ ਲਾਹੇਵੰਦ, ਉਹ ਲਾਭ ਦੇਵੇਗਾ। ਪਰ ਜੇ ਉੱਦਾਂ ਪਾਠ ਆਪਾਂ ਕਿਤੇ ਹੋਰ ਕਰਵਾ ਦਿੱਤਾ, ਆਪਾਂ ਕਿਤੇ ਹੋਰ ਤੁਰੇ ਫਿਰਦੇ ਹਾਂ, ਨਾ ਆਰੰਭ 'ਤੇ ਗਏ ਨਾ ਸਮਾਪਤੀ 'ਤੇ ਗਏ, ਹੈ ਨਾ, ਅਕਾਊਂਟ 'ਚ ਪੈਸੇ ਜਮ੍ਹਾਂ ਕਰਵਾ ਦਿੱਤੇ, ਉਹਨਾਂ ਨੇ ਈਮੇਲ 'ਚ ਹੁਕਮਨਾਮਾ ਭੇਜ ਦਿੱਤਾ, ਉਹਦਾ ਕਿਆ ਅਰਥ ਹੈ ਜੀ? ਮੈਨੂੰ ਖਿਮਾ ਕਰ ਲਈ, ਉਹਦਾ ਕਿਆ ਅਰਥ? ਗੁਰੂ ਸਾਹਿਬ ਨੇ ਇਸ ਲਈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸਿਰਜਣਾ ਕਰਕੇ, ਸੰਪਾਦਨਾ ਕਰਕੇ ਸਾਨੂੰ ਬਾਣੀ ਦੇ ਲੜ ਇਸ ਲਈ ਨਹੀਂ ਸੀ ਲਾਇਆ ਵੀ ਇਸ ਰੂਪ ਦੇ ਵਿੱਚ ਅਸੀਂ ਕਾਰਜ ਕਰੀਏ। ਗੁਰਬਾਣੀ ਸਾਡੇ ਜੀਵਨ ਲਈ ਕਲਿਆਣਕਾਰੀ ਹੈ, ਤੇ ਗੁਰਬਾਣੀ ਨੇ ਕਲਿਆਣ ਤਦ ਕਰਨਾ ਜਦੋਂ ਗੁਰਬਾਣੀ ਸੁਰਤ ਵਿੱਚ ਬੈਠੇਗੀ। ਤੇ ਸੁਰਤ ਵਿੱਚ ਗੁਰਬਾਣੀ ਨੂੰ ਬਿਠਾਉਣ ਦੇ ਦੋ ਹੀ ਤਰੀਕੇ ਨੇ। ਪਹਿਲਾ, ਜਾਂ ਤੇ ਆਪਣੇ ਨੇਤਰਾਂ ਨਾਲ ਗੁਰਬਾਣੀ ਦਾ ਦਰਸ਼ਨ ਕਰਕੇ ਰਸਨਾ ਤੋਂ ਪਾਠ ਕਰੀਏ। ਦੂਜਾ, ਜੇ ਇਹ ਨਹੀਂ ਕਰ ਸਕਦੇ ਤੇ ਕੰਨਾਂ ਦੇ ਨਾਲ ਗੁਰਬਾਣੀ ਦਾ ਪਾਠ ਸਰਵਣ ਕਰਕੇ ਉਹਨੂੰ ਸੁਰਤ ਵਿੱਚ ਬਿਠਾ ਲਈਏ। ਇਹ ਦੋ ਹੀ ਤਰੀਕੇ ਨੇ ਗੁਰਬਾਣੀ ਨੂੰ ਸੁਰਤ ਤੱਕ ਲੈ ਕੇ ਜਾਣ ਦੇ। ਸੋ ਭਾਈ ਜਿਹੜਾ ਵੀ ਤਰੀਕਾ ਸਾਨੂੰ ਠੀਕ ਲੱਗਦਾ ਵਾ, ਭਾਵੇਂ ਦੀਦਾਰ ਕਰਨ ਦਾ, ਰਸਨਾ ਤੋਂ ਪਾਠ ਕਰਨ ਦਾ, ਭਾਵੇਂ ਸਰਵਣ ਕਰਨ ਦਾ, ਸੁਣਨ ਦਾ, ਉਸ ਤਰੀਕੇ ਰਾਹੀਂ ਸਤਿਗੁਰ ਦੀ ਬਾਣੀ ਦੇ ਉਪਦੇਸ਼ ਨੂੰ ਸੁਰਤ ਤੱਕ ਲੈ ਕੇ ਜਾਣਾ ਕਰੀਏ। ਖੈਰ, ਜਗਨ ਦਾ ਅਰਥ ਆਪਾਂ ਬੇਨਤੀ ਸਾਂਝੀ ਕਰ ਰਹੇ ਸੀ, ਯੱਗ ਕਰਨੇ। ਕਿਸੇ ਕਾਰਜ ਦੀ ਸਿੱਧੀ ਦੇ ਲਈ ਨਾ ਹਿੰਦੂ ਧਰਮ ਦੇ ਵਿੱਚ ਯੱਗ ਕਰਵਾਏ ਜਾਂਦੇ ਹਨ। ਕਿਸੇ ਕਾਰਜ ਦੀ ਸਿੱਧੀ ਲਈ ਉਹ ਯੱਗ ਕਰਵਾ ਲੈਂਦੇ ਨੇ, ਪੰਡਿਤ ਜੀ ਨੂੰ ਸੱਦ ਕੇ ਵੀ ਭਾਈ ਯੱਗ ਕਰ ਦਿਓ ਤੇ ਅਸੀਂ ਆਹ ਕਾਰਜ ਦੀ ਸਿੱਧੀ ਚਾਹੁੰਦੇ ਹਾਂ। ਤੇ ਇੱਕ ਇਹਨਾਂ ਦਾ ਯੱਗ ਹੁੰਦਾ ਵਾ ਅਸੁਮੇਧ ਯੱਗ। ਅਸੁਮੇਧ ਯੱਗ ਦੇ ਵਿੱਚ ਘੋੜੇ ਨੂੰ ਵਰਤਿਆ ਜਾਂਦਾ, ਘੋੜਾ। ਤੇ ਹੁਣ ਇੱਥੇ ਦੋ ਖਿਆਲ ਪ੍ਰਚਲਿਤ ਨੇ। ਕੁਝ ਸੱਜਣ ਤੇ ਇਹ ਕਹਿੰਦੇ ਨੇ ਬਈ ਇਸ ਯੱਗ ਦੇ ਵਿੱਚ ਘੋੜੇ ਦੀ ਬਲੀ ਦਿੱਤੀ ਜਾਂਦੀ ਆ, ਤੇ ਕੁਝ ਸੱਜਣਾਂ ਦਾ ਖਿਆਲ ਇਹ ਵੇ, ਭਾਈ ਕਾਹਨ ਸਿੰਘ ਨਾਭਾ ਹੋਣਾ ਨੇ ਮਹਾਨ ਕੋਸ਼ 'ਚ ਲਿਖੀ ਗੱਲ, ਉਹ ਕਹਿੰਦੇ ਪਹਿਲੇ ਸਮਿਆਂ 'ਚ ਰਾਜੇ ਮਹਾਰਾਜੇ ਕੀ ਕਰਦੇ ਸੀ, ਮੰਨ ਲਓ ਕਿਸੇ ਰਾਜੇ ਨੇ ਆਪਣਾ ਰਾਜ ਭਾਗ ਵਧਾਉਣਾ ਹੁੰਦਾ, ਉਹਨੇ ਨਾ ਆਪਣੇ ਇੱਕ ਸ਼ਾਹੀ ਘੋੜੇ ਨੂੰ ਸ਼ਿੰਗਾਰਨਾ, ਤਿਆਰ ਕਰਨਾ, ਤੇ ਤਿਆਰ ਕਰਕੇ ਸੈਨਿਕਾਂ ਦੀ ਨਿਗਰਾਨੀ ਦੇ ਵਿੱਚ ਖੁੱਲ੍ਹਾ ਛੱਡ ਦੇਣਾ 1 ਸਾਲ ਲਈ। ਤੇ ਸਾਲ ਭਰ ਉਹ ਘੋੜਾ ਫਿਰਦਾ ਰਹਿੰਦਾ ਤੇ ਸੈਨਿਕ ਉਹਦੀ ਨਿਗਰਾਨੀ ਕਰਦੇ, ਤੇ ਚੱਕਰ ਚੁੱਕਰ ਕੱਢ ਕੇ ਗੁਆਂਢੀ ਰਾਜੇ ਦੀ ਜਿਹੜੀ ਰਿਆਸਤ ਵਿੱਚ ਉਹ ਘੋੜਾ ਵੜ ਜਾਂਦਾ ਸੀ, ਤੇ ਜਦੋਂ ਉਹਦੀ ਰਿਆਸਤ ਵਿੱਚ ਜਾ ਕੇ ਮੁੜ ਆਉਂਦਾ ਸੀ ਜਾਂ ਉਹਨੂੰ ਲੈ ਆਉਂਦੇ ਸੀ, ਫਿਰ ਉਸ ਤੋਂ ਬਾਅਦ ਵਿੱਚ ਸਾਲ ਪਿੱਛੋਂ ਯੱਗ ਕਰਦੇ ਸੀ। ਉਹ ਰਾਜਾ ਜਿਹਦਾ ਘੋੜਾ ਹੁੰਦਾ ਉਹ ਯੱਗ ਕਰਦਾ ਸੀ, ਤੇ ਯੱਗ ਤੋਂ ਬਾਅਦ ਵਿੱਚ ਜਿਹੜੀ ਰਿਆਸਤ ਵਿੱਚ ਘੋੜਾ ਫਿਰ ਕੇ ਆਇਆ ਹੁੰਦਾ ਸੀ, ਉਹਦੇ ਰਾਜੇ ਨੂੰ ਆਖਿਆ ਜਾਂਦਾ ਸੀ ਜਾਂ ਤੇ ਇਸ ਰਾਜੇ ਦੀ ਈਨ ਮੰਨ ਲਓ, ਜੇ ਨਹੀਂ ਮੰਨ ਸਕਦੇ ਤੇ ਲੜਾਈ ਕਰੋ, ਜਿਹੜਾ ਜਿੱਤ ਗਿਆ ਦੂਜੀ ਰਿਆਸਤ ਨੂੰ ਉਹ ਸੰਭਾਲੇਗਾ। ਕਹਿੰਦੇ ਇੱਦਾਂ ਦੇ 100 ਯੱਗ ਜਿਹੜਾ ਰਾਜਾ ਕਰਵਾ ਲੈਂਦਾ ਸੀ, ਇੱਦਾਂ ਦੇ 100 ਯੱਗ। ਹੁਣ ਇੱਕ ਯੱਗ ਕਰਵਾਉਣ ਵਾਸਤੇ ਕਿੰਨਾ ਸਮਾਂ ਚਾਹੀਦਾ ਜੀ? 1 ਸਾਲ। ਤੇ 100 ਯੱਗ ਕਰਵਾਉਣ ਵਾਸਤੇ ਕਿੰਨਾ ਸਮਾਂ ਚਾਹੀਦਾ ਜੀ? 100 ਸਾਲ। ਕੁਦਰਤੀ ਗੱਲ ਆ, 100 ਸਾਲਾਂ ਦੇ ਵਿੱਚ 100 ਯੱਗ ਹੋਣਗੇ। ਠੀਕ, ਰਾਜ ਗੱਦੀ ਤੇ ਬੈਠਣ ਲਈ ਉਮਰ ਕਿੰਨੀ ਕੁ ਚਾਹੀਦੀ ਆ? ਮਤਲਬ ਇੱਕ ਇਨਸਾਨ ਰਾਜ ਗੱਦੀ ਤੇ ਬੈਠਦਾ, ਰਿਆਸਤ ਦਾ ਰਾਜਾ ਬਣਦਾ, ਉਹ ਉਸੇ ਵੇਲੇ ਬੈਠੇਗਾ ਨਾ ਜਦੋਂ ਰਿਆਸਤ ਦਾ ਜਿਹੜਾ ਪਹਿਲਾ ਰਾਜਾ ਵਾ ਉਹ ਜਾਂ ਤੇ ਬੁੱਢਾ ਹੋ ਜਾਏ ਜਾਂ ਉਹਦੀ ਮੌਤ ਹੋ ਜਾਏ। ਤੇ ਜਦੋਂ ਉਹ ਗੱਦੀ ਦਾ ਵਾਰਸ ਬਣੇਗਾ
ਉਸ ਵੇਲੇ ਉਸ ਦੀ ਉਮਰ ਜੇ ਆਪਾਂ ਘੱਟੋ ਘੱਟ 20 ਸਾਲ ਮੰਨ ਲਈਏ ਤੇ ਪਹਿਲੇ ਹੀ ਸਾਲ 'ਚ ਉਹ ਯੱਗ ਕਰਨ ਲੱਗ ਪਿਆ ਤੇ 100 ਯੱਗ ਪੂਰਾ ਹੋਣ ਤੱਕ ਕਿੰਨੇ ਸਮੇਂ ਲੱਗਣਗੇ ਜੀ? ਕਿੰਨੇ ਸਾਲ? 120 ਸਾਲ। ਪਹਿਲੀ ਗੱਲ ਤੇ ਇੰਨੀ ਉਮਰ ਨਹੀਂ ਹੁੰਦੀ ਕਿਸੇ ਦੀ। ਤੇ ਦੂਜੀ ਗੱਲ ਕਹਿੰਦੇ ਬਈ ਜਿਹੜਾ 100 ਯੱਗ ਨਿਰਵਿਘਨਤਾ ਸਹਿਤ ਪੂਰਾ ਕਰ ਲੈਂਦਾ ਸੀ ਤੇ ਉਹਨੂੰ ਇੰਦਰ ਦੀ ਪਦਵੀ ਮਿਲਦੀ ਸੀ। ਤੇ ਇਸ ਲਈ ਕਹਿੰਦੇ ਇੰਦਰ ਇਹਨਾਂ ਯੱਗਾਂ 'ਚ ਟੰਗ ਅੜਾਉਣ ਵਾਸਤੇ ਪਹੁੰਚ ਜਾਂਦਾ ਸੀ ਵੀ ਪੂਰੇ ਨਾ ਹੋਣ ਦਿਆਂ ਤਾਂ ਕਿ ਮੇਰੀ ਗੱਦੀ ਕਿਸੇ ਹੋਰ ਨੂੰ ਨਾ ਮਿਲ ਜਾਏ। ਇਹ ਹਿੰਦੂ ਧਰਮ ਦਾ ਖਿਆਲ ਆ, ਉਹਨਾਂ ਦਾ ਖਿਆਲ। ਤੇ ਉਸ ਧਰਮ ਦੇ ਵਿੱਚ ਅਸਮੇਧ ਯੱਗ ਨੂੰ ਬੜੀ ਮਹਾਨਤਾ ਦਿੱਤੀ ਗਈ। ਤੇ ਭਗਤ ਨਾਮਦੇਵ ਜੀ ਮਹਾਰਾਜ ਕਹਿਣ ਲੱਗੇ ਭਾਵੇਂ ਕੋਈ ਇੱਦਾਂ ਦਾ ਅਸਮੇਧ ਯੱਗ ਕਰ ਲਵੇ। ਦੂਜੀ ਗੱਲ, ਤੁਲਾ ਪੁਰਖ ਦਾਨੇ। ਤੁਲਾ ਪੁਰਖ, ਪੁਰਖ ਦਾ ਅਰਥ ਇਨਸਾਨ, ਸਰੀਰ। ਤੁਲਾ ਦਾ ਅਰਥ ਤੁਲ, ਬਰਾਬਰ। ਦਾਨੇ ਦਾ ਅਰਥ ਦਾਨ ਹੈ ਨਾ। ਭਾਵੇਂ ਕੋਈ ਆਪਣੇ ਸਰੀਰ ਦੇ ਬਰਾਬਰ ਸੋਨਾ ਜਾਂ ਪੈਸੇ, ਉਹਨਾਂ ਚੀਜ਼ਾਂ ਨੂੰ ਤੋਲ ਕੇ ਦਾਨ ਕਰ ਦੇਵੇ। ਤੁਲਾ ਪੁਰਖ ਦਾਨੇ, ਆਪਣੇ ਸਰੀਰ ਦੇ ਬਰਾਬਰ ਤੋਲ ਕੇ ਕੋਈ ਕੀਮਤੀ ਪਦਾਰਥ, ਭਾਵੇਂ ਉਹ ਪੈਸੇ ਹੋਣ, ਭਾਵੇਂ ਉਹ ਚਾਂਦੀ ਹੋਏ, ਭਾਵੇਂ ਉਹ ਸੋਨਾ ਹੋਏ, ਕੋਈ ਵੀ ਕੀਮਤੀ ਚੀਜ਼, ਉਹਨੂੰ ਦਾਨ ਕਰ ਦੇਵੇ। ਠੀਕ ਹੈ ਜੀ। ਤੀਜੀ ਗੱਲ, ਪ੍ਰਾਗ ਇਸ਼ਨਾਨੇ। ਹਿੰਦੂ ਧਰਮ ਦਾ ਇੱਕ ਤੀਰਥ ਹੈ ਜੀ ਪ੍ਰਾਗ, ਯੂਪੀ ਦੇ ਵਿੱਚ ਪੈ ਜਾਂਦਾ। ਪਿਛਲੇ ਸਮੇਂ ਤੱਕ ਇਹਦਾ ਨਾਮ ਇਲਾਹਾਬਾਦ ਸ਼ਹਿਰ ਸੀ, ਇਹਨੂੰ ਇਲਾਹਾਬਾਦ ਕਹਿੰਦੇ ਸੀ। ਤੇ ਯੂਪੀ ਦੇ ਵਿੱਚ ਜਦੋਂ ਭਾਜਪਾ ਦੀ ਸਰਕਾਰ ਆਈ, ਯੋਗੀ ਮੁੱਖ ਮੰਤਰੀ ਬਣਿਆ ਤੇ ਉਹਨੇ ਇਲਾਹਾਬਾਦ ਦਾ ਨਾਮ ਬਦਲ ਕੇ ਮੁੜ ਤੋਂ ਪ੍ਰਯਾਗਰਾਜ ਰੱਖ ਦਿੱਤਾ। ਅੱਜ ਕੱਲ੍ਹ ਸਰਕਾਰੀ ਕਾਗਜ਼ਾਂ 'ਚ ਇਸ ਸ਼ਹਿਰ ਦਾ ਨਾਮ ਪ੍ਰਯਾਗਰਾਜ ਆ। ਪਹਿਲਾਂ ਵੀ ਇਹਨੂੰ ਪ੍ਰਾਗ ਕਹਿੰਦੇ ਸਨ। ਤੇ ਜਦੋਂ ਉਹ ਇੱਥੇ ਇਸਲਾਮ ਦੀ ਹਕੂਮਤ ਬਣੀ ਸੀ ਇਸ ਮੁਲਕ ਦੇ ਵਿੱਚ, ਉਸ ਵੇਲੇ ਸ਼ਹਿਰਾਂ ਦੇ ਕਈ ਨਾਮ ਬਦਲੇ ਗਏ ਸਨ, ਕਈ ਨਵੇਂ ਸ਼ਹਿਰ ਵਸਾਏ ਗਏ ਸਨ। ਤੇ ਉਦੋਂ ਇਸ ਸ਼ਹਿਰ ਨੂੰ ਇਲਾਹਾਬਾਦ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਅੱਲਾਹਾਬਾਦ, ਅੱਲਾ ਦੇ ਨਾਮ ਤੋਂ, ਜਿਹੜੀ ਸ਼ਹਿਰ ਦਾ ਨਾਮ ਕਹਿ ਲਓ, ਇਸ ਰੂਪ ਦੇ ਵਿੱਚ ਇਸ ਨੂੰ ਜਾਣਿਆ ਜਾਂਦਾ ਸੀ। ਪਰ ਹੁਣ ਫਿਰ ਇਸ ਨੂੰ ਪ੍ਰਾਗ ਸ਼ਹਿਰ, ਪ੍ਰਾਗਰਾਜ ਆਖਿਆ ਜਾਂਦਾ ਵਾ। ਯੂਪੀ ਸਰਕਾਰ ਨੇ ਇਹਦਾ ਨਾਮ ਬਦਲਤਾ। ਚਲੋ ਗੱਲਾਂ ਵੱਖਰੀਆਂ ਨੇ, ਆਪਾਂ ਉਸ ਪਾਸੇ ਨਾ ਜਾਈਏ। ਪ੍ਰਾਗ ਤੀਰਥ ਦੇ ਇਸ਼ਨਾਨ ਦੀ ਬੜੀ ਮਹਾਨਤਾ ਮੰਨੀ ਗਈ ਸੀ ਵੀ ਉਸ ਤੀਰਥ ਤੇ ਜਾ ਕੇ ਕੋਈ ਇਸ਼ਨਾਨ ਕਰ ਲਵੇ ਜਿੱਥੇ ਗੰਗਾ, ਯਮੁਨਾ ਤੇ ਸਰਸਵਤੀ 3 ਨਦੀਆਂ ਮਿਲਦੀਆਂ ਨੇ, ਇਹਨਾਂ ਦਾ ਸੰਗਮ ਬਣਦਾ ਵਾ। ਉੱਥੇ ਵੱਡਾ ਭਾਰੀ ਤੀਰਥ ਮੰਨਿਆ ਗਿਆ ਹਿੰਦੂ ਧਰਮ ਦਾ, ਤੇ ਉਹਦੇ ਇਸ਼ਨਾਨ ਨੂੰ ਬੜੀ ਮਹਾਨਤਾ ਦਿੱਤੀ ਗਈ। ਹੁਣ ਨਾਮਦੇਵ ਜੀ ਮਹਾਰਾਜ ਕਹਿੰਦੇ ਭਾਵੇਂ ਕੋਈ ਅਸਮੇਧ ਯੱਗ ਕਰੇ, ਭਾਵੇਂ ਕੋਈ ਸਰੀਰ ਬਰਾਬਰ ਦਾਨ ਕਰੇ, ਤੇ ਭਾਵੇਂ ਕੋਈ ਪ੍ਰਾਗ ਤੀਰਥ ਤੇ ਜਾ ਕੇ ਇਸ਼ਨਾਨ ਕਰ ਲਵੇ। ਤਉ ਨਾ ਪੂਜੈ ਹਰਿ ਕੇ ਰਤਨਾਮਾ, ਆਪਣੇ ਰਾਮੈ ਭਜ ਰਹਿ ਮਨ ਆਲਸੀਆ ਰਹਾਉ। ਤਉ ਨਾ ਪੂਜੈ ਹਰਿ ਕੀਰਤ ਨਾਮਾ। ਕਹਿੰਦੇ ਇੰਨੇ ਯਤਨ ਕਰਨ ਤੋਂ ਬਾਅਦ ਵੀ ਪਰਮੇਸ਼ਰ ਦੇ ਨਾਮ ਦੇ ਬਰਾਬਰ ਨਹੀਂ ਪੁੱਜਿਆ ਜਾ ਸਕਦਾ, ਉਹਦੇ ਨਾਮ ਦੇ ਬਰਾਬਰ ਨਹੀਂ ਪੁੱਜ ਸਕਦੇ। ਨਾਮ ਇੰਨਾ ਸ਼੍ਰੋਮਣੀ ਆ ਬਈ ਇਹ ਕਰਮ ਉਸ ਨਾਮ ਤੋਂ ਛੋਟੇ ਹਨ, ਹੇਠਾਂ ਹਨ। ਤੇ ਆਪ ਜੀ ਲਿਖਦੇ ਨੇ, ਆਪਣੇ ਰਾਮੈ ਭਜ ਰੇ ਮਨ ਆਲਸੀਆ। ਐ ਮੇਰੇ ਆਲਸੀ ਮਨ, ਦਰਿਦਰੀ ਮਨ, ਆਪਣੇ ਰਾਮੈ ਭਜ, ਆਪਣੇ ਰਾਮ, ਆਪਣੇ ਸਿਰਜਣਹਾਰ, ਆਪਣੇ ਰੱਬ ਨੂੰ ਸਿਮਰਿਆ ਕਰ। ਕਿਹੜੇ ਕਰਮਾਂ 'ਚ ਤੂੰ ਉਲਝਿਆ ਪਿਆ ਹੈ ਭਾਈ? ਇਹਨਾਂ ਕਰਮਾਂ ਵਿੱਚੋਂ ਪ੍ਰਾਪਤੀ ਨਹੀਂ ਹੈ, ਪ੍ਰਾਪਤੀ ਪਰਮੇਸ਼ਰ ਦੇ ਨਾਮ ਦੇ ਵਿੱਚੋਂ ਹੈ। ਗੁਰੂ ਦੀ ਸ਼ਰਨ ਵਿੱਚ ਰਹਿ ਕੇ, ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਜਦੋਂ ਸੁਰਤ ਪ੍ਰੇਮ ਨਾਲ ਉਸ ਨੂੰ ਆਵਾਜ਼ ਮਾਰੇਗੀ ਨਾ, ਤੇ ਪ੍ਰਮਾਤਮਾ ਜੀ ਦੀ ਪ੍ਰਾਪਤੀ ਉਸੇ ਪਲ ਹੋ ਜਾਣੀ ਹੈ, ਉਸੇ ਛਿਣ ਹੋ ਜਾਣੀ ਹੈ। ਇਸ ਰੂਪ ਦੇ ਵਿੱਚ ਪਰਮੇਸ਼ਰ ਨੂੰ ਸਿਮਰਨਾ ਕਰ। ਗਿਆ ਪਿੰਡ ਭਰਤਾ ਬਨਾਰਸ ਅਸ ਬਸਤਾ, ਮੁਖ ਵੇਦ ਚਤਰ ਪੜਤਾ। ਹੁਣ ਇਹ ਹੈ ਜੀ ਦੂਸਰਾ ਪਦਾ। ਇਹਦੇ ਵਿੱਚ ਆਪ ਜੀ ਲਿਖਦੇ ਨੇ, ਗਿਆ ਪਿੰਡ ਭਰਤਾ। ਗਿਆ ਵੀ ਇੱਕ ਸ਼ਹਿਰ ਦਾ ਨਾਮ ਹੈ। ਗਿਆ ਸ਼ਹਿਰ ਬਿਹਾਰ ਵਿੱਚ ਪੈ ਜਾਂਦਾ। ਪਟਨਾ ਸਾਹਿਬ ਤੇ ਦਰਸ਼ਨ ਆਪ ਸਾਰਿਆਂ ਨੇ ਕੀਤੇ ਹੋਣਗੇ। ਹਰਿਮੰਦਰ ਸਾਹਿਬ ਤਖਤ ਦੇ ਅੱਜ ਕੱਲ੍ਹ ਤੇ ਉਹ ਜ਼ਿਲ੍ਹਾ ਹੈ, ਤੇ ਪਟਨਾ ਸਾਹਿਬ ਸ਼ਹਿਰ ਦੇ ਲਾਗੇ ਪੈ ਜਾਂਦਾ ਗਿਆ ਸ਼ਹਿਰ। ਹਿੰਦੂ ਧਰਮ ਦਾ ਇੱਕ ਤੀਰਥ ਹੈ, ਤੇ ਇਸ ਤੀਰਥ ਦੇ ਬਾਬਤ ਇਹ ਕਥਾ ਪ੍ਰਚਲਿਤ ਹੈ ਹਿੰਦੂ ਧਰਮ ਵਿੱਚ। ਕਹਿੰਦੇ ਗਿਆ ਨਾਂ ਦਾ ਇੱਕ ਰਿਖੀ ਸੀ ਕੋਈ,
ਉਹਨੇ ਭਗਤੀ ਕੀਤੀ, ਉਹਦੀ ਭਗਤੀ ਤੋਂ ਬ੍ਰਹਮਾ ਤੇ ਵਿਸ਼ਨੂੰ ਖੁਸ਼ ਹੋਏ ਤੇ ਉਹਨੂੰ ਕਹਿੰਦੇ ਦਾਨ ਮੰਗ। ਤੇ ਕਹਿੰਦੇ ਉਹਨੇ ਦਾਨ ਮੰਗਿਆ ਬਈ ਮੈਨੂੰ ਇਹ ਵਰ ਦੇ ਦਿਓ ਵੀ ਜਿਹੜਾ ਵੀ ਮੇਰਾ ਦਰਸ਼ਨ ਕਰੇ ਨਾ ਉਹ ਮੁਕਤ ਹੋ ਜੇ, ਉਹ ਮੁਕਤ ਹੋ ਜੇ। ਉਹ ਕਹਿੰਦੇ ਵਿਸ਼ਨੂੰ ਜੀ ਨੇ ਵਰ ਦੇ ਦਿੱਤਾ ਵੀ ਠੀਕ ਹੈ ਭਾਈ, ਜਿਹੜਾ ਤੇਰਾ ਦਰਸ਼ਨ ਕਰੇਗਾ ਉਹ ਮੁਕਤ ਹੋ ਜਾਏਗਾ। ਤੇ ਕਹਿੰਦੇ ਗਿਆ ਨੇ ਨਾ ਆਪਣੀ ਸ਼ਕਤੀ ਨਾਲ ਆਪਣਾ ਸਰੀਰ ਖਾਸਾ ਵੱਡਾ ਕਰ ਲਿਆ, ਫਿਰਨ ਲੱਗ ਪਿਆ ਸ਼ਹਿਰਾਂ 'ਚ, ਦੂਰੋਂ ਹੀ ਲੋਕ ਉਹਨੂੰ ਵੇਖਣ ਲੱਗ ਗਏ, ਮੁਕਤ ਹੋਣ ਲੱਗ ਗਏ। ਹੁਣ ਇਹਦੇ ਨਾਲ ਹੋਇਆ ਕੀ, ਕਹਿੰਦੇ ਧਰਮਰਾਜ ਦਾ ਦਫ਼ਤਰ ਬੰਦ ਹੋ ਗਿਆ, ਉੱਥੋਂ ਦੇ ਮੁਲਾਜ਼ਮ ਔਖੇ ਹੋ ਗਏ ਵੀ ਤੇ ਸਾਰੇ ਹੀ ਬੰਦੇ ਮੁਕਤ ਹੋਣ ਲੱਗ ਗਏ, ਆਪਣੇ ਪਾਸੇ ਤੇ ਕੋਈ ਆਉਂਦਾ ਹੀ ਨਹੀਂ ਵੀ ਹੁਣ ਆਪਾਂ ਕੀ ਕਰੀਏ। ਉਹ ਵਿਹਲੇ ਹੋ ਗਏ, ਦਫ਼ਤਰ ਬੰਦ ਹੋ ਗਿਆ ਜਦੋਂ। ਉਹ ਕਹਿੰਦੇ ਸਾਰੇ ਫਿਰ ਇਕੱਠੇ ਹੋ ਕੇ ਬ੍ਰਹਮਾ ਕੋਲ ਗਏ, ਬ੍ਰਹਮਾ ਜੀ ਅਸੀਂ ਤੇ ਵਿਹਲੇ ਬੈਠੇ ਹਾਂ, ਸਾਡੇ ਕੋਲ ਤੇ ਕੰਮ ਹੀ ਨਹੀਂ ਕੋਈ, ਉਹ ਤੇ ਸਾਰਿਆਂ ਨੂੰ ਮੁਕਤ ਕਰੀ ਜਾਂਦਾ, ਬੈਕੁੰਠ ਭੇਜੀ ਜਾਂਦਾ, ਵੀ ਸਾਡਾ ਕੋਈ ਮਸਲਾ ਹੱਲ ਕਰੋ, ਸਾਨੂੰ ਕਿਤੇ ਕੰਮ ਕਿਤੇ ਲਾਵੋ ਤੁਸੀਂ। ਕਹਿੰਦੇ ਫਿਰ ਬ੍ਰਹਮਾ ਜੀ ਇਹਦੇ ਕੋਲ ਗਿਆ ਕੋਲ ਆਏ ਤੇ ਇਹਨੂੰ ਕਹਿਣ ਲੱਗੇ ਵੀ ਦੇਖ ਭਾਈ ਤੈਨੂੰ ਵਰ ਦਿੱਤਾ ਸੀ ਜਿਹੜਾ ਤੇਰਾ ਦਰਸ਼ਨ ਕਰੇ ਉਹ ਮੁਕਤ ਹੋ ਜਾਏ, ਪਰ ਤੂੰ ਤੇ ਦੂਜੇ ਪਾਸੇ ਦਾ ਕੰਮ ਹੀ ਠੱਪ ਕਰ ਦਿੱਤਾ, ਇਸ ਲਈ ਹੁਣ ਤੂੰ ਵੀ ਸਾਡਾ ਕੋਈ ਬਚਨ ਮੰਨ। ਉਹ ਕਹਿੰਦਾ ਜੀ ਮੈਂ ਤੁਹਾਡਾ ਬਚਨ ਮੰਨਾਂਗਾ ਜੋ ਮੈਨੂੰ ਆਖੋਗੇ। ਕਹਿੰਦੇ ਆਪਣੀ ਇੱਛਾ ਮੁਤਾਬਕ ਆਪਣਾ ਸਰੀਰ ਦਾਨ ਕਰ ਦੇ। ਉਹਨੇ ਕਰ ਦਿੱਤਾ ਤੇ ਉੱਥੇ ਪਟਨਾ ਸ਼ਹਿਰ ਤੋਂ ਥੋੜਾ ਫਾਸਲੇ ਦੇ ਉੱਪਰ ਜਿੱਥੇ ਅੱਜ ਕੱਲ੍ਹ ਗਿਆ ਸ਼ਹਿਰ ਆ, ਉੱਥੇ ਦੱਸਦੇ ਆ ਵੀ ਕਹਿੰਦੇ ਹਿੰਦੂ ਧਰਮ ਇਹ ਕਹਿੰਦਾ ਵਾ ਵੀ ਇੱਕ ਪਹਾੜੀ ਦੇ ਹੇਠਾਂ ਇਸ ਰਿਖੀ ਦਾ ਸਰੀਰ ਉੱਥੇ ਦੱਬ ਦਿੱਤਾ ਗਿਆ ਸੀ ਤੇ ਇਹਨੂੰ ਇਹ ਵਰ ਦਿੱਤਾ ਗਿਆ ਸੀ ਬਈ ਤੇਰੀ ਸਮਾਧੀ ਉੱਪਰ ਜਿਹੜਾ ਆਏਗਾ ਉਹ ਮੁਕਤ ਹੋ ਜਾਇਆ ਕਰੇਗਾ। ਵੀ ਹੁਣ ਇੱਦਾਂ ਨਹੀਂ ਵੀ ਤੂੰ ਫਿਰੀ ਜਾਏਗਾ ਤੇ ਲੋਕਾਂ ਨੂੰ ਮੁਕਤ ਕਰੇਗਾ, ਸਮਾਧੀ 'ਤੇ ਤਾਂ ਹਰ ਕੋਈ ਆ ਨਹੀਂ ਸਕਦਾ। ਚਲ ਉੱਧਰ ਜਿਹੜਾ ਦਫ਼ਤਰ ਬੰਦ ਹੋਇਆ ਉਹਨਾਂ ਦਾ ਕੰਮ ਚੱਲ ਪਊ, ਹੈ ਨਾ, ਵੀ ਉਹ ਜਿਹੜਾ ਤੇਰੇ ਕੋਲੇ ਆਇਆ ਕਰੇਗਾ ਇੱਥੇ ਤੇਰੀ ਸਮਾਧੀ 'ਤੇ ਆਇਆ ਕਰੇਗਾ ਉਹ ਮੁਕਤ ਹੋ ਜਾਇਆ ਕਰੇਗਾ। ਹੁਣ ਹਿੰਦੂ ਧਰਮ 'ਚ ਇਹ ਰੀਤ ਪ੍ਰਚਲਿਤ ਹੈ ਵੀ ਜਦੋਂ ਕੋਈ ਪ੍ਰਾਣੀ ਦੀ ਮੌਤ ਹੋ ਜਾਂਦੀ ਆ ਨਾ, ਉਹਦੀ ਮੌਤ ਤੋਂ ਪਿੱਛੋਂ, ਉਹਦੀ ਮ੍ਰਿਤੂ ਤੋਂ ਪਿੱਛੋਂ ਉਹਦੀਆਂ ਅਸਥੀਆਂ ਲੈ ਕੇ ਉਹ ਗਿਆ ਜਾਂਦੇ ਨੇ, ਉੱਥੇ ਪਿੰਡ ਭਰਦੇ ਨੇ ਜਾ ਕੇ। ਚੌਲਾਂ ਦੀਆਂ ਪਿੰਨੀਆਂ ਹੁੰਦੀਆਂ ਨਾ ਬਣੀਆਂ ਹੋਈਆਂ, ਪਿੰਡ ਕਹਿੰਦੇ ਆ ਜਿਹਨੂੰ, ਉਹ ਏਡੀ ਸਾਰੀ ਪਿੰਨੀ ਹੁੰਦੀ, ਉਹ ਦਾਨ ਕੀਤੀਆਂ ਜਾਂਦੀਆਂ ਉੱਥੇ ਜਾ ਕੇ ਉਸ ਪ੍ਰਾਣੀ ਦੇ ਨਿਮਿਤ ਜਿਹਦੀ ਮੌਤ ਹੋ ਜਾਂਦੀ ਆ। ਤੇ ਫਿਰ ਇਹ ਸਮਝਿਆ ਜਾਂਦਾ ਵੀ ਗਿਆ ਸ਼ਹਿਰ 'ਚ ਜਾ ਕੇ ਜਿਹਨੇ ਉਹ ਪਿੰਡ ਭਰੇ ਉਹ ਹੋ ਗਿਆ ਮੁਕਤ, ਤੇ ਮੁਕਤੀ ਲਈ ਉੱਥੇ ਜਾਂਦੇ ਨੇ। ਤੇ ਇੱਦਾਂ ਹੀ ਦੇਖਾ ਦੇਖੀ ਆਪਣੇ ਗੁਰਸਿੱਖ ਭਰਾਵਾਂ ਨੇ ਵੀ ਕਈ ਪਾਸਿਆਂ ਨੂੰ ਆਪਣੇ ਚਿਹਰੇ ਕੀਤੇ ਹੋਏ ਨੇ, ਜਦ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹ ਕਹਿੰਦੀ ਹੈ ਮੁਕਤੀ ਜਿਉਂਦੇ ਜੀ ਹੁੰਦੀ ਆ, ਮਰਨ ਤੋਂ ਪਿੱਛੋਂ ਮੁਕਤੀ ਦਾ ਕੋਈ ਵਿਧਾਨ ਨਹੀਂ ਗੁਰਮਤਿ ਵਿੱਚ। ਜਿਉਂਦੇ ਜੀ ਮੁਕਤੀ ਹੁੰਦੀ ਹੈ। ਜਿਹੜਾ ਇਨਸਾਨ ਜਿਉਂਦੇ ਜੀ ਮੁਕਤ ਨਹੀਂ ਹੋ ਸਕਿਆ, ਮਰਨ ਤੋਂ ਪਿੱਛੋਂ ਮੁਕਤ ਹੋਵੇ ਨਾ ਹੋਵੇ, ਉਹਦੇ ਲਈ ਉਹ ਮੁਕਤੀ ਕੀ ਮਾਇਨੇ ਰੱਖਦੀ ਆ। ਸਾਰੀ ਉਮਰ ਬੰਦੇ ਦਾ ਸਰੀਰ ਜੇਲ੍ਹ ਵਿੱਚ ਸੜ ਗਿਆ ਤੇ ਜਦੋਂ ਜੇਲ੍ਹ ਵਿੱਚੋਂ ਦੀ ਮੌਤ ਹੋ ਗਈ, ਫਿਰ ਕਹੋ ਪਰਿਵਾਰ ਨੂੰ ਵੀ ਇਹਦੇ ਸਰੀਰ ਨੂੰ ਲੈ ਜਾਓ ਜੀ, ਜਿੱਥੇ ਲੈ ਕੇ ਜਾਣਾ ਕਰ ਲਓ ਇਹਦਾ ਕਿਰਿਆ ਕਰਮ। ਉਹਨੂੰ ਮਰਨ ਤੋਂ ਪਿੱਛੋਂ ਉਹਨੂੰ ਆਜ਼ਾਦ ਕੀਤਾ ਤੇ ਕੀ ਕੀਤਾ। ਜਿਉਂਦੇ ਜੀ ਉਹਨੂੰ ਬਾਹਰ ਕੱਢਿਆ ਜਾਂਦਾ ਤੇ ਗੱਲ ਹੋਰ ਸੀ, ਜਦੋਂ ਰਿਹਾ ਹੀ ਨਹੀਂ ਉਸ ਤੋਂ ਬਾਅਦ ਤਾਂ ਜੋ ਮਰਜ਼ੀ ਕਰ ਲਓ। ਗੁਰਬਾਣੀ ਇਹ ਕਹਿੰਦੀ ਆ ਨਾ, ਮਿਰਤਕ ਕੋ ਚੰਦਨ ਚੜਾਵੇ ਉਸ ਤੇ ਕਹੋ ਕਵਨ ਫਲ ਪਾਵੇ, ਜੇ ਮਿਰਤਕ ਕੋ ਵਿਸ਼ਟਾ ਮਾਹੇ ਰੁਲਾਈ ਤਾਂ ਮਿਰਤਕ ਕਾ ਕਿਆ ਘਟ ਜਾਈ। ਸੋ ਇਹਨਾਂ ਬਚਨਾਂ ਦੀ ਰਾਹੀਂ ਗੁਰੂ ਸਾਹਿਬ ਨੇ ਆਪਣਾ ਪੱਖ ਸਪਸ਼ਟ ਕੀਤਾ ਹੋਇਆ ਹੈ। ਭਾਈ ਇੱਥੇ ਜੀਵਨ ਮੁਕਤੀ ਦੀ ਗੱਲ ਹੈ। ਗੁਰਮਤਿ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਪਾਠ ਕਰੋ, ਮਿਰਤਕ ਮੁਕਤੀ ਸ਼ਬਦ ਆਪ ਜੀ ਨੂੰ ਗੁਰੂ ਗ੍ਰੰਥ ਸਾਹਿਬ 'ਚੋਂ ਨਹੀਂ ਮਿਲੇਗਾ। ਜਿੱਥੇ ਵੀ ਮਿਲੇਗਾ ਜੀਵਨ ਮੁਕਤੀ ਸ਼ਬਦ ਮਿਲੇਗਾ, ਜੀਵਨ ਮੁਕਤ ਸ਼ਬਦ ਮਿਲੇਗਾ। ਇਹਦਾ ਭਾਵ ਕੀ ਹੈ? ਜਿਉਂਦੇ ਜੀ ਮੁਕਤ ਹੋਣਾ। ਸੋ ਉਹ ਸਿਧਾਂਤ ਗੁਰਮਤਿ ਦਾ ਵਾ। ਕਹਿੰਦੇ ਗਿਆ ਪਿੰਡ ਭਰਤਾ, ਕੋਈ ਗਿਆ ਸ਼ਹਿਰ ਜਾ ਕੇ ਪਿੰਡ ਭਰੇ, ਬਾਨਾਰਸ ਅਸ ਬਸਤਾ, ਬਨਾਰਸ ਸ਼ਹਿਰ ਵੀ ਪਵਿੱਤਰ ਸ਼ਹਿਰ ਮੰਨਿਆ ਹੈ ਹਿੰਦੂ ਧਰਮ ਦਾ, ਉੱਥੇ ਜਾ ਕੇ ਕੋਈ ਵਸਣ ਲੱਗ ਜਾਏ, ਆਪਣਾ ਵਾਸਾ ਕਰ ਲਵੇ। ਮੁੱਖ ਵੇਦ ਚਤੁਰ ਪੜ੍ਹਤਾ, ਆਪਣੇ ਮੂੰਹ ਤੋਂ ਚਾਰੇ ਵੇਦਾਂ ਦਾ ਕੋਈ ਉਚਾਰਨ ਕਰ ਲਵੇਗਾ ਨਾ। ਹੁਣ ਇਸੇ ਗੱਲ ਨੂੰ ਆਪਾਂ ਆਪਣੇ ਪਾਸੇ ਲੈ ਆਈਏ, ਜਿੱਥੇ ਸਿੱਖ ਜਾਂਦੇ ਨੇ ਕੋਈ ਜਾਈ ਜਾਵੇ, ਹੈ ਨਾ, ਫੁੱਲ ਪਾਣ ਜਾਂ ਕੋਈ ਕਿਰਿਆ ਕਰਮ ਕਰਨ। ਤੇ ਬਾਨਾਰਸ ਅਸਬਸਤਾ, ਵੀ ਜਿਨ੍ਹਾਂ ਸ਼ਹਿਰਾਂ ਥਾਵਾਂ ਨੂੰ ਪਵਿੱਤਰ ਸਮਝਿਆ ਵਾ ਭਾਵੇਂ ਉੱਥੇ ਜਾ ਕੇ ਆਪਣਾ ਵਾਸਾ ਕਰ ਲਵੇ। ਮੁੱਖ ਵੇਦ ਚਤੁਰ ਪੜ੍ਹਤਾ, ਆਪਣੇ ਮੂੰਹ ਤੋਂ ਧਾਰਮਿਕ ਗ੍ਰੰਥਾਂ ਦਾ ਜਿੰਨਾ ਮਰਜ਼ੀ ਪਾਠ ਕਰੇ। ਮੁੱਕਦੀ ਗੱਲ ਇਹ ਹੈ ਭਾਈ, ਜੇ ਸੁਰਤ ਵਿੱਚ ਗੁਰੂ ਦਾ ਉਪਦੇਸ਼ ਨਹੀਂ ਬੈਠਿਆ
ਫੋਕਟ ਇਹ ਜਿਹੜੇ ਕਰਮ ਬਾਹਰੋਂ ਵਿਖਾਵੇ ਲਈ ਕੀਤੇ ਹਨ, ਇਹਨਾਂ ਕਰਮਾਂ ਦਾ ਕੋਈ ਅਰਥ ਨਹੀਂ ਰਹਿ ਜਾਏਗਾ। ਇਹਨਾਂ ਕਰਮਾਂ ਦਾ ਅਰਥ ਨਹੀਂ ਹੋਏਗਾ। ਇਹ ਤਦ ਹੋਏਗਾ ਜਦੋਂ ਭਾਈ ਅਸੀਂ ਆਪਣੀ ਸੁਰਤ ਵਿੱਚ ਗੁਰੂ ਦੇ ਉਪਦੇਸ਼ ਨੂੰ ਬਿਠਾਲ ਕੇ ਰਸਨਾ ਤੋਂ ਪਰਮੇਸ਼ਰ ਦੇ ਨਾਮ ਦੀ ਸਾਂਝ ਪਾਵਾਂਗੇ। ਗੱਲ ਇਹ ਹੈ, ਕੇਵਲ ਬਾਹਰੀ ਕਰਮਾਂ ਦੀ ਇੱਥੇ ਗੱਲ ਨਹੀਂ। ਅੱਗੋਂ ਦੱਸਦੇ ਹਨ, ਸਗਲ ਧਰਮ ਅਛਤਾ ਗੁਰ ਗਿਆਨ ਇੰਦਰੀ ਦ੍ਰਿੜਤਾ ਖਟ ਕਰਮ ਸਹਿਤ ਰਹਿਤਾ। ਬਾਬਾ ਨਾਮਦੇਵ ਜੀ ਮਹਾਰਾਜ ਕਹਿਣ ਲੱਗੇ, ਸਗਲ ਧਰਮ ਅਛਿਤਾ। ਅਛਿਤਾ ਦਾ ਅਰਥ ਹੁੰਦਾ ਜੀ ਸੰਯੁਕਤ ਰੂਪ 'ਚ, ਇਕੱਠਿਆਂ ਰੂਪ 'ਚ। ਸਗਲ ਧਰਮ ਦਾ ਅਰਥ ਸਾਰੇ ਹੀ ਧਰਮ, ਧਰਮ ਦੇ ਸਾਰੇ ਹੀ ਕਾਰਜ ਕੋਈ ਮਨੁੱਖ ਕਰਦਾ ਹੋਵੇ। ਇਹ ਨਹੀਂ ਵੀ ਕੋਈ ਇੱਕ ਅੱਧ ਕਾਰਜ ਕਰਦਾ ਹੋਵੇ, ਸਾਰੇ ਹੀ ਕਰਦਾ ਹੋਵੇ। ਜੋ ਕਿਰਿਆਵਾਂ ਦੱਸੀਆਂ ਹਨ, ਗੁਰ ਗਿਆਨ ਇੰਦਰੀ ਦ੍ਰਿੜਤਾ, ਆਪਣੀਆਂ ਇੰਦਰੀਆਂ ਦੇ ਵਿੱਚ ਜੋ ਗਿਆਨ ਉਹਨੂੰ ਦਿੱਤਾ ਗਿਆ ਵਾ, ਭਾਵੇਂ ਉਸ ਨੂੰ ਵੀ ਦ੍ਰਿੜ ਕਰਦਾ ਹੋਵੇ। ਖਟ ਕਰਮ ਸਹਿਤ ਰਹਿਤਾ, 6 ਕਰਮ ਜਿਹੜੇ ਉਸ ਨੂੰ ਦੱਸੇ ਗਏ ਨੇ ਉਹਨਾਂ ਨੂੰ ਪਿਓ ਕਰਦਾ ਹੋਵੇ। ਹਿੰਦੂ ਧਰਮ 'ਚ 6 ਕਰਮ ਮੰਨੇ ਗਏ ਆ ਜੀ, ਹੈ ਨਾ। ਉਹ 6 ਧਰਮ ਕਿਹੜੇ ਮੰਨੇ ਗਏ ਆ? ਪਹਿਲਾ ਹੈ ਵੇਦ ਪੜ੍ਹਨਾ, ਦੂਜਾ ਪੜ੍ਹਾਉਣਾ, ਤੀਜਾ ਹੈ ਦਾਨ ਕਰਨਾ, ਚੌਥਾ ਹੈ ਦਾਨ ਲੈਣਾ, ਹੈ ਨਾ। ਇੱਦਾਂ ਇਹ 4 ਨੇ। ਇੱਕ ਹੈ ਦਾਨ ਕਰਨਾ, ਦਾਨ ਲੈਣਾ, ਤੇ ਵੇਦ ਪੜ੍ਹਨਾ, ਵੇਦ ਪੜ੍ਹਾਉਣਾ। ਇੱਦਾਂ 2 ਕਰਮ ਹੋਰ ਨੇ, ਮੇਰੇ ਚੇਤਿਓਂ ਵਿਸਰ ਗਏ ਨੇ। ਇਹ 6 ਕਰਮ ਮੰਨੇ ਗਏ ਨੇ। ਕਹਿੰਦੇ ਇਹਨਾਂ 6 ਕਰਮਾਂ ਨੂੰ ਕੋਈ ਜਿੰਨੇ ਮਰਜ਼ੀ ਸ਼ਿੱਦਤ ਨਾਲ ਕਰ ਲਵੇ। ਹਰ ਇੱਕ ਧਰਮ ਦੇ ਆਪੋ ਆਪਣੇ ਕਰਮ ਹੁੰਦੇ ਹਨ, ਆਪੋ ਆਪਣੇ ਨੇਮ ਤੇ ਨਿਯਮ ਹੁੰਦੇ ਹਨ, ਉਹਨਾਂ ਨੂੰ ਕੋਈ ਨਿਭਾਈ ਜਾਵੇ। ਪਰ ਜੋ ਮੂਲ ਗੱਲ ਆ ਨਾ, ਤੱਤ ਦੀ ਗੱਲ ਹੈ, ਜੇ ਉਹਨੂੰ ਸੁਰਤ ਵਿੱਚ ਨਹੀਂ ਬਿਠਾਲਦਾ, ਉਸ ਨੂੰ ਅੰਦਰ ਨਹੀਂ ਟਿਕਾਲਦਾ, ਤਾਂ ਜਿਹੜੇ ਬਾਹਰਲੇ ਕਰਮ ਨੇ ਇਹ ਸਿਰਫ ਵਿਖਾਵਾ ਬਣ ਕੇ ਰਹਿ ਜਾਂਦੇ ਨੇ, ਇੱਕ ਦਿਖਾਵਾ ਬਣ ਕੇ ਰਹਿ ਜਾਂਦੇ ਨੇ। ਇੱਦਾਂ ਨਹੀਂ ਹੋਣਾ ਚਾਹੀਦਾ। ਗੁਰਮਤ ਵਿੱਚ ਮੂਲ ਤੱਤ ਹੈ ਜੀ ਪਰਮੇਸ਼ਰ ਦਾ ਨਾਮ, ਹੈ ਨਾ। ਜੇ ਉਹਨੂੰ ਅਸੀਂ ਪਰੇ ਕੱਢ ਦਿੱਤਾ, ਮੈਂ ਕਈ ਵਾਰੀ ਉਦਾਹਰਣ ਦਿੰਦਾ ਗੁੰਨਾ, ਕੱਪੜੇ ਸਿਉਣ ਵਾਲੀ ਮਸ਼ੀਨ ਜਿੰਨੀ ਮਰਜ਼ੀ ਮਹਿੰਗੀ ਲੈ ਲਓ ਤੁਸੀਂ, ਭਾਵੇਂ 1 ਲੱਖ ਰੁਪਏ ਦੀ ਮਿਲਦੀ ਹੋਵੇ, ਲਿਆਓ ਕਿਤੋਂ, ਸੋਨੇ ਦੀ ਲਿਆਓ, ਹੀਰਿਆਂ ਨਾਲ ਜੜੀ ਕਰੋੜ ਰੁਪਏ ਦੀ ਲਿਆਓ ਕਿੱਥੋਂ, ਕੱਪੜਾ ਵੱਢ ਕੇ ਉਹਦੇ ਹੇਠਾਂ ਧਰ ਕੇ ਸੀਣ ਲੱਗ ਜਾਓ, ਜੇ ਉਹ 'ਚ ਤਾਗਾ ਨਹੀਂ ਨਾ ਪਾਓਗੇ। ਮੂਲ ਤੱਤ ਤਾਗਾ ਵਾ ਜੀ, ਜੋੜਨਾ ਤਾਗੇ ਨੇ ਆ, ਮਸ਼ੀਨ ਨੇ ਨਹੀਂ ਜੋੜਦਾ। ਜੇ ਤਾਗਾ ਨਹੀਂ ਨਾ ਉਹ 'ਚ ਪਾਓਗੇ, ਉਹ ਤੁਹਾਡੀ ਕਰੋੜਾਂ ਦੀ ਮਸ਼ੀਨ ਕੱਪੜਾ ਜੋੜ ਨਹੀਂ ਸਕਦੀ। ਬਾਕੀ ਦੇ ਕਰਮ ਸਾਡੇ ਉਸ ਤਰੀਕੇ ਨਾਲ ਨੇ। ਮੂਲ ਤੱਤ ਗੁਰਮਤ ਵਿੱਚ ਹੈ ਪਰਮੇਸ਼ਰ ਦਾ ਨਾਮ। ਜੇ ਇਹਨੂੰ ਇਹ ਛੱਡ ਦਿੱਤਾ ਤੇ ਹੋਰ ਸਾਰਾ ਕੁਝ ਬੜੇ ਵਧੀਆ ਤਰੀਕੇ ਨਾਲ ਬੰਦਾ ਕਰੀ ਜਾਂਦਾ ਵਾ, ਉਹਨਾਂ ਦਾ ਕੋਈ ਅਰਥ ਨਹੀਂ ਰਹਿ ਜਾਣਾ ਭਾਈ। ਸੋ ਇਹ ਗੱਲਾਂ ਮਹਾਰਾਜ ਜੀ ਦੱਸਦੇ ਨੇ ਅੰਤਲੇ ਪਦੇ ਵਿੱਚੋਂ, ਆਪਣੀ ਕਿਰਪਾ ਕਰਦੇ ਹਨ। ਸਿਵਾ ਸਕਤ ਸੁਭਾਦੰ ਮਨ ਛੋੜ ਛੋੜ ਸਗਲ ਭੇਦੰ। ਸਿਵਾ ਸ਼ਿਵਾ ਸ਼ਕਤ ਸੰਵਾਦੰ। ਸ਼ਿਵਾ ਦਾ ਅਰਥ ਸ਼ਿਵ ਜੀ, ਸ਼ਕਤ ਦਾ ਅਰਥ ਸ਼ਕਤੀ, ਪਾਰਵਤੀ। ਇਹ ਹਿੰਦੂ ਧਰਮ ਮੰਨਦਾ ਵਾ ਬਈ ਜਿਹੜੀ ਰਾਮਾਇਣ ਆ ਨਾ, ਇਹ ਸ਼ਿਵ ਜੀ ਨੇ ਪਾਰਵਤੀ ਨੂੰ ਪਹਿਲਾਂ ਹੀ ਸੁਣਾ ਦਿੱਤੀ ਸੀ, ਕਥਾ ਵਾਪਰਨ ਤੋਂ ਪਹਿਲਾਂ ਸੁਣਾ ਦਿੱਤੀ ਸੀ। ਤੇ ਉਸ ਗ੍ਰੰਥ ਦੀ ਕਥਾ ਨੂੰ ਵੀ ਬੜਾ ਮਹੱਤਵ ਦਿੱਤਾ ਜਾਂਦਾ ਵਾ। ਭਾਵੇਂ ਕਹਿੰਦੇ ਉਸ ਗ੍ਰੰਥ ਦੀ ਪੂਰੀ ਮੁਕੰਮਲ ਕਥਾ ਸ਼ੁਰੂ ਤੋਂ ਅਖੀਰ ਤੱਕ ਕੋਈ ਸੁਣ ਲਵੇ। ਵੈਸੇ ਇਹ ਗੱਲ ਆਪਾਂ ਪਹਿਲਾਂ ਕਰ ਚੁੱਕੇ ਹਾਂ ਵੀ ਧਰਮ ਜਿਹੜੇ ਗ੍ਰੰਥ ਹਨ, ਸਾਡੀਆਂ ਜਿਹੜੀਆਂ ਪੋਥੀਆਂ ਨੇ, ਜਿੱਦਾਂ ਆਪਾਂ ਪੋਥੀ ਸਾਹਿਬ ਦੀ ਕਥਾ ਕਰ ਰਹੇ ਹਾਂ, ਸ਼ੁਰੂ ਤੋਂ ਅਖੀਰ ਤੱਕ ਕਿ ਨਹੀਂ ਕੋਈ ਸੁਣ ਲਵੇ, ਜੇ ਤੱਤ ਨਹੀਂ ਜਾਣਿਆ, ਤੱਤ ਨਹੀਂ ਫੜਿਆ, ਤਾਂ ਉਹ ਸੁਣਿਆ ਵੀ ਇੱਦਾਂ ਹੀ ਲੰਘ ਜਾਣਾ ਵਾ, ਹੈ ਨਾ। ਮਨ ਛੋੜ ਛੋੜ ਸਗਲ ਭੇਦੰ। ਐ ਮਨ ਤੂੰ ਸਾਰੇ ਭੇਦਾਂ ਨੂੰ, ਭੇਦ ਦਾ ਅਰਥ ਹੁੰਦਾ ਵਾ ਜੀ ਵੱਖਰੇਵਾਂ, ਸੈਪਰੇਸ਼ਨ, ਫਰਕ ਜਿਹੜੇ ਅੰਦਰ ਤੂੰ ਪਾਈ ਬੈਠਾ ਹੋਇਆ ਨਾ ਮਨ ਵਿੱਚ, ਵਿਸ਼ੇ ਵਿਕਾਰਾਂ ਦੇ, ਮਾਇਆ ਦੇ, ਛੋੜ ਛੋੜ ਭਾਈ ਉਹਨਾਂ ਨੂੰ ਛੱਡ ਦੇ, ਉਹਨਾਂ ਨੂੰ ਛੱਡ ਦੇ, ਤਿਆਗ ਦੇ। ਕਰਨਾ ਕੀ ਕਰ? ਆਪ ਜੀ ਦੱਸਦੇ ਹਨ, ਸਿਮਰ ਸਿਮਰ ਗੋਬਿੰਦੰ ਭਜ ਨਾਮਾ ਤਰਸ ਭਵ ਸਿੰਧੰ। ਸਿਮਰ ਸਿਮਰ ਗੋਬਿੰਦੰ। ਗੋਬਿੰਦ ਨੂੰ, ਧਰਤੀ ਦਾ ਆਸਰਾ ਪਰਮੇਸ਼ਰ, ਉਸ ਨੂੰ ਸਿਮਰਿਆ ਕਰ, ਆਪਣੀ ਸੁਰਤ ਵਿੱਚ ਉਸ ਨੂੰ ਬਿਠਾਇਆ ਕਰ। ਭਜ ਨਾਮਾ ਤਰਸ ਭਵ ਸਿੰਧੰ। ਇਸ ਪ੍ਰਕਾਰ ਭਾਈ ਜਿਹੜਾ ਭਵ ਸਾਗਰ ਵਾ ਨਾ, ਇਹਨੂੰ ਤਰਸ, ਇਹਨੂੰ ਤੂੰ ਤਰ ਜਾਵੇਂਗਾ। ਤਰਸ ਸ਼ਬਦ ਆ ਨਾ ਜਿਹੜਾ, ਇਹ ਜਦੋਂ ਤੇ ਸੱਸਾ ਔਂਕੜ ਮੁਕਤਾ ਆਵੇ ਉਸ ਵੇਲੇ ਫਰਕ
ਅਰਥ ਕੋਈ ਹੋਰ ਬਣਦਾ ਵਾ, ਕਿਉਂਕਿ ਨਾਮ ਰੂਪ ਚ ਆ ਜਾਂਦਾ। ਜਦੋਂ ਸੱਸੇ ਨੂੰ ਸਿਹਾਰੀ ਆ ਗਈ, ਉਸ ਵੇਲੇ ਨੇ ਕਿਰਿਆਵੀ ਰੂਪ ਚ ਚੇਂਜ ਹੋ ਜਾਣਾ ਵਾ। ਉੱਥੇ ਦਾ ਅਰਥ ਬਣਨਾ ਵਾ ਤਰ ਜਾਣਾ, ਉੱਥੇ ਦਾ ਅਰਥ ਚੇਂਜ ਹੋ ਜਾਣਾ। ਉੱਥੇ ਤਰਸ ਦਾ ਅਰਥ ਜਿਹੜਾ ਉਹਦਾ ਹੈ ਨਾ, ਤਰਸ ਪਿਆ ਮਿਹਰਾਮਤ ਹੋਈ, ਉੱਥੇ ਤਰਸ ਦਾ ਅਰਥ ਕੋਈ ਹੋਰ ਹੈ। ਇੱਥੇ ਤਰਸ ਭਵ ਸਿੰਧੰ, ਇੱਥੇ ਤਰਸ ਦਾ ਅਰਥ ਕੋਈ ਹੋਰ ਨਿਕਲੇਗਾ। ਸੋ ਸ਼ਬਦਾਂ ਦਾ ਜੋ ਲਿਖਤੀ ਰੂਪ ਹੁੰਦਾ ਵਾ, ਉਹਦੇ ਵਿੱਚ ਅਰਥ ਭਰੇ ਪਏ ਹੁੰਦੇ ਨੇ। ਜਦੋਂ ਸੁਰਤ ਬਿਰਤੀ ਦੀ ਇਕਾਗਰਤਾ ਨਾਲ ਸ਼ਬਦ ਬਣਤਰ ਦੇ ਭੇਦ ਸਾਡੀ ਪਕੜ ਵਿੱਚ ਆ ਜਾਵਣ, ਉਸ ਵੇਲੇ ਸ਼ਬਦ ਦਾ ਭਾਵ ਵੀ ਸੁਰਤ ਵਿੱਚ ਵਸ ਜਾਇਆ ਕਰਦਾ ਹੈ। ਆਪ ਜੀ ਕਹਿਣ ਲੱਗੇ ਭਜਨਾਮਾ ਤਰਸ ਭਵ ਸਿੰਧੰ, ਇਸ ਪ੍ਰਕਾਰ ਭਾਈ ਭਵ ਸਾਗਰ ਨੂੰ ਤਰ ਜਾਈਦਾ ਹੈ। ਤਰਨ ਦਾ ਤਰੀਕਾ ਇੱਕੋ ਹੀ ਮੰਨਿਆ ਗਿਆ ਹੈ ਜੀ, ਸੁਰਤ ਵਿੱਚ ਵਾਹਿਗੁਰੂ ਦੇ ਨਾਮ ਦਾ ਵਾਸਾ, ਤੇ ਉਹ ਤਦ ਹੋਣਾ ਹੈ ਜਦੋਂ ਸਿੱਖ ਦੀ ਸੁਰਤ ਗੁਰੂ ਦੇ ਸਨਮੁਖ ਹੋ ਕੇ ਸਤਿਗੁਰੂ ਦੇ ਪਾਵਨ ਉਪਦੇਸ਼ ਨੂੰ ਆਪਣੇ ਮਨ ਮੰਦਰ ਦੇ ਵਿੱਚ ਟਿਕਾ ਕੇ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣਦਿਆਂ ਉਸ ਨਾਲ ਪ੍ਰੇਮ ਦੀ ਸਾਂਝ ਪਾਏਗੀ। ਸੋ ਇਹ ਤਰੀਕਾ ਜਿਨ੍ਹਾਂ ਗੁਰਮੁਖਾਂ ਨੇ ਆਪਣੇ ਜੀਵਨ ਵਿੱਚ ਅਪਣਾਇਆ ਭਾਈ, ਉਹ ਜੀਵਨ ਮੁਕਤ ਹਨ। ਉਹਨਾਂ ਨੇ ਆਪਣੇ ਜੀਵਨ ਦੇ ਅਸਲ ਤੱਤ ਨੂੰ ਪ੍ਰਾਪਤ ਕਰ ਲਿਆ। ਇਸ ਨੂੰ ਛੱਡ ਕੇ ਜਿਹੜੇ ਹੋਰ ਕਰਮਾਂ ਦੇ ਵਿੱਚ ਉਲਝ ਗਏ, ਉਹ ਪ੍ਰਾਪਤੀ ਤੋਂ ਵੀ ਖੁੰਝ ਗਏ ਹਨ। ਉਹਨਾਂ ਦੀ ਮਿਹਨਤ ਵੀ ਉਸੇ ਪ੍ਰਕਾਰ ਭਾਈ ਅਜਾਈ ਚਲੀ ਗਈ, ਜਿਵੇਂ ਇੱਕ ਬੰਦਾ ਮਿਹਨਤ ਤੇ ਬੜੀ ਕਰਦਾ ਮੰਜ਼ਿਲ ਤੇ ਪਹੁੰਚਣ ਦੀ, ਪਰ ਰਾਹ ਉਹ ਫੜ ਲੈਂਦਾ ਜਿਹੜਾ ਰਸਤਾ ਉਸ ਦੀ ਮੰਜ਼ਿਲ ਵੱਲ ਨਹੀਂ ਜਾਇਆ ਕਰਦਾ। ਸੋ ਆਪਾਂ ਯਤਨ ਕਰੀਏ, ਜੇ ਥੋੜ੍ਹੀ ਬਹੁਤ ਮਿਹਨਤ ਕੀਤਿਆਂ, ਅਭਿਆਸ ਕੀਤਿਆਂ, ਸਾਲ 2 ਸਾਲ 5-4 ਸਾਲ ਹੋ ਗਏ ਨੇ ਲੱਗਿਆਂ ਨੂੰ, ਗੱਲ ਨਹੀਂ ਬਣੀ, ਤੇ ਗੁਰਬਾਣੀ ਦੀ ਸ਼ਰਨ ਵਿੱਚ ਆ ਕੇ ਆਪਣੀ ਸੁਰਤ ਨੂੰ ਸਤਿਗੁਰੂ ਦੇ ਸ਼ਬਦ ਨਾਲ ਜੋੜ ਕੇ ਗੁਰੂ ਜੀ ਦੇ ਸ਼ਬਦ ਤੋਂ ਸੋਝੀ ਲਈਏ। ਪਾਤਸ਼ਾਹ, ਜਿਹੜਾ ਮਾਰਗ ਮੈਂ ਫੜ ਲਿਆ ਵਾ, ਕਿਧਰੇ ਇਸ ਮਾਰਗ ਦੇ ਵਿੱਚ ਤੇ ਕੋਈ ਊਣਤਾ ਹੀ ਨਹੀਂ। ਇੰਨਾ ਸਮਾਂ ਲੱਗਿਆਂ ਨੂੰ ਹੋ ਗਿਆ, ਪਹੁੰਚੇ ਹਾਲੇ ਵੀ ਨਹੀਂ, ਮੰਜ਼ਿਲ ਨਹੀਂ ਮਿਲੀ, ਮਿਲਣਾ ਤੇ ਦੂਰ ਦੀ ਗੱਲ, ਨੇੜੇ ਵੀ ਦਿਖਾਈ ਨਹੀਂ ਦਿੱਤੀ, ਕਿਧਰੇ ਰਾਹ ਤੇ ਨਹੀਂ ਕਿਸੇ ਹੋਰ ਤੇ ਅਸੀਂ ਤੁਰੇ ਫਿਰਦੇ। ਕਿਰਪਾ ਕਰੋ ਸਾਨੂੰ ਸੋਝੀ ਦਿਓ। ਸੋ ਗੁਰਬਾਣੀ ਦੀ ਸ਼ਰਨ ਵਿੱਚ ਸੁਰਤ ਨੂੰ ਲੈ ਕੇ ਆਈਏ, ਗੁਰਬਾਣੀ ਦਾ ਉਪਦੇਸ਼ ਭਾਵ ਮਨ ਬਿਰਤੀ 'ਚ ਵਸਾਈਏ, ਤਾਂ ਜੋ ਇਹ ਜਨਮ ਜੀਵਨ ਸਫਲ ਸੁਖੀਆ ਸੁਹੇਲਾ ਹੋਵੇ। ਇੰਨੀ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀ। ਸਤਿਗੁਰੂ ਸੱਚੇ ਪਾਤਸ਼ਾਹ ਮਿਹਰਮਤ ਕਰਨ। ਸਰਬੱਤ ਸਾਧ ਸੰਗਤ ਦੀ ਹਾਜ਼ਰੀ, ਚੱਲਿਆ ਹੋਇਆ ਕਦਮ ਕਦਮ ਲੇਖੇ ਲਾਉਣ। ਸਾਡੇ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ, ਹਜ਼ੂਰੀ ਰਾਗੀ ਗੁਰਦੁਆਰਾ ਗੁਰਸਾਗਰ ਸਾਹਿਬ, ਤਿਨਾਂ ਦਾ ਜਥਾ ਦਰਬਾਰ ਸਾਹਿਬ 'ਚ ਪਹੁੰਚ ਚੁੱਕਿਆ ਹੈ। ਆਪ ਸਿੱਖ ਸੰਗਤਾਂ ਨੂੰ ਗੁਰ ਸ਼ਬਦ ਕੀਰਤਨ ਦੇ ਨਾਲ ਜੋੜਨਾ ਹੈ। ਇਸੇ ਤਰ੍ਹਾਂ ਜੁੜ ਮਿਲ ਕੇ ਆਪ ਜੀ ਨੇ ਸ਼ਬਦ ਕੀਰਤਨ ਦੇ ਲਾਹੇ ਵੀ ਪ੍ਰਾਪਤ ਕਰਨੇ। ਗੁਰਮਤਿ ਵਿਚਾਰ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਲਈ ਖਿਮਾ ਕਰਨੀ ਜੀ। ਸਿਮਰ ਸਿਮਰ ਗੋਬਿੰਦੰ ਭਜ ਨਾਮ ਤਰਸ ਭਵ ਸਿੰਧੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ